ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤਾਂ ਕਿਆ ਮੁਛੰਦਾ, ਤਾਂ ਕਿਆ ਮੁਛੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਜਾਂ ਤੇਰਾ ਬੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਲਖਮੀ ਤੋਟ ਨ ਆਵਈ, ਲਖਮੀ ਤੋਟ ਨ ਆਵਈ, ਖਾਏ ਖਰਚ ਰਹੰਦਾ, ਖਾਏ ਖਰਚ ਲੱਖ 84 ਮੇਦਨੀ, ਸਭ ਸੇਵ ਕਰੰਦਾ, ਸਭ ਸੇਵ ਕਰੰਦਾ, ਹਾਂ ਸਭ ਸੇਵ ਕਰੰਦਾ। ਜਾਂ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਜਾਂ ਤੇਰਾ ਬੰਦਾ, ਜਾਂ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਵੱਲ ਹੈ ਤਾਂ ਕਿਆ ਮੁਛੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਇਹ ਵੈਰੀ ਮਿੱਤਰ ਸਭ ਕੀਤਿਆ,
नेह मंगे मंदा, नेह लेखा कोई न पूछई, लेखा कोई जा हर बख्शंदा, जा हर बख्शंदा, जा मेरे वल है ता क्या जा मेरे वल है ता क्या मोचंदा, तुद सब की रिच मैनू सौंपिया, जा तेरा बंदा, जा बंदा, जा मेरे वल है ता क्या छंदा, मेरे वल है ता क्या मोचंदा। अनंद पिया सुख पाया, आनंद पिया सुख पाया, मिल गुर गोबिंदा, मिल गुर सबे काज सवारे, सबे काज सवारे, जा तुद पावंदा, जा तुद पावंदा, जा तू मेरे वल है ता क्या मोचंदा, जा मेरे वल है ता क्या मोचंदा, तुद सब किछ मैनू सौंपिया, जा तेरा बंदा, जा तेरा बंदा, जा मेरे वल है ता क्या मोचंदा, जा मेरे वल है ता क्या मोचंदा, 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 ता क्या मोचंदा। तुद सब किछ मैनू सौंपिया,
ਜਾਂ ਤੇਰਾ ਬੰਦਾ, ਜਾਂ ਤੇਰਾ ਬੰਦਾ। ਪਿਆਰੀ ਸਾਧ ਸੰਗਤ ਜੀ, ਜੋ ਸ਼ਬਦ ਅਸੀਂ ਗਾਇਨ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੌੜੀ ਦਰਜ ਹੈ। ਇਹ ਮਾਰੂ ਕੀ ਵਾਰ ਦੀ ਪੌੜੀ ਹੈ। ਇਹ ਮਾਰੂ ਕੀ ਵਾਰ ਦੀ 7 ਨੰਬਰ ਪੌੜੀ ਹੈ। ਅਸੀਂ ਇਸ ਨੂੰ ਪਹਿਲੀ ਪੰਕਤੀ ਤੋਂ ਗਾਇਨ ਕੀਤਾ ਹੈ। ਅਸੀਂ ਜਦੋਂ ਤੱਕ ਸਮਰਪਣ ਨਹੀਂ ਕਰਦੇ ਹਾਂ, ਅਸੀਂ ਰੱਬ ਜੀ ਦੇ ਬੰਦੇ ਨਹੀਂ ਬਣਦੇ ਹਾਂ। ਸ਼ਬਦ ਵਿੱਚ ਕੁਝ ਟਰਮਸ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੇ 'ਤੇ ਟੁਕਾ ਕੇ ਸਮਝਣਾ ਹੈ। ਅਸੀਂ ਸਭ ਜਾਣਦੇ ਹਾਂ ਕਿ ਜਦੋਂ ਤੱਕ ਸਮਰਪਣ ਨਹੀਂ ਕਰਾਂਗੇ ਤਾਂ ਤੱਕ ਸਾਡੇ ਭਾਂਡੇ ਵਿੱਚ ਵਸਤ ਨਹੀਂ ਪੈ ਸਕਦੀ। ਜੋ ਸਾਡੇ ਭਾਂਡੇ ਵਿੱਚ ਪਹਿਲਾਂ ਵਸਤ ਪਈ ਹੋਈ ਹੈ ਉਸ ਨੂੰ ਕਹਿੰਦੇ ਨੇ ਮੇਰੇ ਮਨ ਕੀ ਮੱਤ। ਮੈਂ ਜਿਸ ਤਰ੍ਹਾਂ ਸੋਚਦਾ ਹਾਂ ਉਸ ਤਰ੍ਹਾਂ ਮੇਰਾ ਜਗਤ ਬਣਦਾ ਹੈ। ਮੈਂ ਜਿਸ ਤਰ੍ਹਾਂ ਸੋਚਦਾ ਹਾਂ ਵੈਸੀ ਮੇਰੀ ਸੰਸਾਰ ਦੀ ਰਚਨਾ ਹੋ ਜਾਂਦੀ ਹੈ। ਮੈਂ ਜਿਸ ਤਰ੍ਹਾਂ ਸੋਚਦਾ ਹਾਂ ਵੈਸਾ ਮੇਰਾ ਜਗਤ ਸੰਸਾਰ ਮੇਰੀ ਸ੍ਰਿਸ਼ਟੀ ਬਣਦੀ ਹੈ। that is subject to my thought process. My thought process is मेरे मन की मत। मेरे मन की मत अधूरी है, पूरी नहीं है। मेरा मन मैनू चंगे सिग्नल नहीं देंदा। मेरा मन मैनू चंगे सुझाव, ਚੰਗੇ ਖਿਆਲ ਨਹੀਂ ਦੱਸਦਾ। ਹਾਂ, ਹੋ ਸਕਦਾ ਹੈ ਮੈਨੂੰ ਕਦੇ ਚੰਗੇ ਖਿਆਲ ਆਉਂਦੇ ਹਨ, ਪਰ ਮੇਰਾ ਮਨ ਇੰਸਪਾਇਰ ਨਹੀਂ ਕਰਦਾ ਕਿ ਚੰਗੇ ਖਿਆਲ ਨੂੰ ਪਕੜ ਲੈ, ਚੰਗੇ ਖਿਆਲ ਦਾ ਆਪਣਾ ਸੁਭਾਅ ਬਣਾ ਲੈ। ਚੰਗੇ ਖਿਆਲ ਦੇ ਆਪਣੇ ਸੁਭਾਅ ਨੂੰ ਬਣਾ ਲੈਣਾ ਸਿਮਰਨ ਕਹਿਲਾਂਦਾ ਹੈ। ਚੰਗੇ ਸੁਭਾਅ ਨੂੰ ਦ੍ਰਿੜ ਕਰ ਲੈਣਾ ਜਪ ਕਹਿਲਾਂਦਾ ਹੈ। ਜੇ ਮੇਰਾ ਸੁਭਾਅ ਦ੍ਰਿੜ ਨਹੀਂ ਹੈ ਤਾਂ ਮੈਂ ਜਪ ਨਹੀਂ ਕਰ ਰਿਹਾ। ਜੇ ਮੇਰਾ ਚੰਗੇ ਗੁਣਾਂ ਵਾਲਾ ਸੁਭਾਅ ਨਹੀਂ ਹੈ ਤਾਂ ਮਾਨੋ ਮੈਂ ਸਿਮਰਨ ਨਹੀਂ ਕਰ ਰਿਹਾ। ਬਾਹਰੋਂ ਮੈਂ ਜ਼ੁਬਾਨ ਨਾਲ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ, ਪਰ ਮੇਰਾ ਸੁਭਾਅ ਠੀਕ ਨਹੀਂ ਹੈ। ਕਿਉਂ? ਕਿਉਂਕਿ ਮੇਰਾ ਮਨ ਮੈਨੂੰ ਸੁਚੱਜੇ ਚੰਗੇ ਆਈਡੀਅਲ ਮੈਸੇਜਿਸ ਨਹੀਂ ਦਿੰਦਾ। ਮੇਰਾ ਮਨ ਕਿੱਥੋਂ ਕਿਹੜੇ ਮੈਸੇਜ ਲੈਂਦਾ ਹੈ? ਉਹ ਨੀਵੀਂ ਸੋਚ 'ਤੇ ਲੈਂਦਾ ਹੈ। ਜਿੱਥੋਂ ਵੀ ਉਹ ਲੈਂਦਾ ਹੈ ਉਹਨਾਂ ਨੂੰ ਜਮ ਕੀ ਮੱਤ ਕਹਿੰਦੇ ਨੇ, ਅਵਰ ਦੀ ਮੱਤ ਕਹਿੰਦੇ ਨੇ, ਆਨ ਦੀ ਮੱਤ ਕਹਿੰਦੇ ਨੇ। ਉਹ ਚੰਗੀ ਨਹੀਂ ਹੁੰਦੀ। ਅਸੀਂ ਜਿੱਥੋਂ ਕਿੱਥੋਂ ਵੀ ਕੋਈ ਮੱਤ ਲੈਂਦੇ ਹਾਂ, ਭੈੜੀ ਮੱਤ ਅਸੀਂ ਛੇਤੀ ਲੈ ਲੈਂਦੇ ਹਾਂ। ਮੈਂ ਬਹੁਤ ਵਾਰੀ ਐਗਜ਼ਾਮਪਲ ਸਾਂਝ ਕਰ ਚੁੱਕਾ ਹਾਂ। ਮੈਂ ਫਿਰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹਾਂ ਕਿ ਅਸੀਂ ਭੈੜੀ ਮੱਤ ਕਿਵੇਂ ਲੈਂਦੇ ਹਾਂ। ਫਰਜ਼ ਕਰੋ ਅਸੀਂ ਕੋਈ ਸੀਰੀਅਲ ਦੇਖਦੇ ਹਾਂ ਜਾਂ ਅਸੀਂ ਫਿਲਮ ਦੇਖਦੇ ਹਾਂ। ਅਸੀਂ ਸੀਰੀਅਲ ਵਿੱਚ ਵੇਖਿਆ ਕਿ ਇੱਕ ਨੂੰਹ ਬੜੀ ਸ਼ਰੀਫ ਹੈ। ਅਸੀਂ ਸੀਰੀਅਲ ਵਿੱਚ ਦੇਖਿਆ ਕੋਈ ਸੱਸ ਬੜੀ ਸ਼ਰੀਫ ਹੈ। ਅਸੀਂ ਉਹਨਾਂ ਨੂੰ ਨਮਰਤਾ ਨਾਲ ਬੋਲਦਿਆਂ ਦੇਖਿਆ। ਜਿਹਦੀ ਸੱਸ ਸ਼ਰੀਫ ਹੈ ਉਹਦੀ ਨੂੰਹ ਸ਼ਰੀਫ ਨਹੀਂ ਹੈ। ਜਿਹਦੀ ਨੂੰਹ ਸ਼ਰੀਫ ਹੈ ਉਹਦੀ ਸੱਸ ਸ਼ਰੀਫ ਨਹੀਂ ਹੈ। ਫਰਜ਼ ਕਰੋ ਅਸੀਂ ਇੱਕ ਐਗਜ਼ਾਮਪਲ ਬਣਾ ਲੈਂਦੇ ਹਾਂ। ਫਰਜ਼ ਕਰੋ ਨੂੰਹ ਸ਼ਰੀਫ ਹੈ ਔਰ ਸੱਸ ਉਹਨੂੰ ਗੁੱਸਾ ਕਰਦੀ ਹੈ। ਗੱਲ 'ਤੇ ਉਹਨੂੰ ਡਾਂਟਦੀ ਹੈ, ਗੱਲ 'ਤੇ ਉਹਦੇ ਪੇਕਿਆਂ ਨੂੰ ਬੁਰਾ ਭਲਾ ਕਹਿੰਦੀ ਹੈ।
ਸੀਰੀਅਲ ਵਿੱਚ ਬਾਰ-ਬਾਰ ਦਿਖਾਉਂਦੇ ਨੇ ਕਿ ਉਹਨਾਂ ਦੀ ਨੂੰਹ ਨੂੰ ਦੁੱਖ ਝੇਲਣਾ ਪੈਂਦਾ ਹੈ, ਉਹ ਬਰਦਾਸ਼ਤ ਕਰਦੀ ਰਹਿੰਦੀ ਹੈ। ਅਸੀਂ ਸੀਰੀਅਲ ਵੇਖ ਕੇ ਆਪਣੇ ਆਸ-ਪਾਸੇ ਵਾਲਿਆਂ ਨਾਲ ਗੱਲ ਕਰਦੇ ਹਾਂ, ਇਹਨੂੰ ਸਮਝ ਨਹੀਂ ਆਉਂਦੀ, ਇਹਦੀ ਸੱਸ ਇਹਨੂੰ ਤੰਗ ਕਰ ਰਹੀ ਹੈ, ਇਹਦਾ ਪਤੀ ਇਹਨੂੰ ਤੰਗ ਕਰ ਰਿਹਾ ਹੈ, ਇਹਨੂੰ ਚਾਹੀਦਾ ਹੈ ਇਹਨਾਂ ਨੂੰ ਜਵਾਬ ਦੇਵੇ, ਇਹਨਾਂ ਨੂੰ ਜਸਟੀਫਾਈ ਕਰੇ, ਇਹਨਾਂ ਨੂੰ ਅਸਲੀਅਤ ਦੱਸੇ। ਸੋ ਫਿਰ ਅਸੀਂ ਆਪਣੇ ਮਨ ਅੰਦਰ ਧਾਰ ਲੈਂਦੇ ਹਾਂ, ਮੈਂ ਐਸੇ ਵਾਲੀ ਸ਼ਰੀਫ ਨੂੰ ਨਹੀਂ ਬਣਨਾ। ਅਸੀਂ ਸੀਰੀਅਲ 'ਚੋਂ ਕੀ ਬੋਰੋ ਕੀਤਾ? ਅਸੀਂ ਸੀਰੀਅਲ 'ਚੋਂ ਦੇਖਿਆ ਕਿ ਇੰਝ ਧੱਕਾ ਹੋ ਜਾਂਦਾ ਹੈ, ਇਸ ਕਰਕੇ ਮੈਂ ਸ਼ਰੀਫ ਨਹੀਂ ਰਹਿਣਾ, ਮੈਂ ਟਿਟ ਫॉर ਟੈਟ ਕਰਨਾ ਹੈ, ਮੈਂ ਜ਼ੁਬਾਨ ਚਲਾਣੀ ਹੈ, ਮੈਂ ਆਨਸਰ ਦੇਣੇ ਹਨ, ਮੈਂ ਭੌਂਦੂ ਬਣ ਕੇ ਨਹੀਂ ਰਹਿਣਾ ਹੈ। ਇਸ ਤਰੀਕੇ ਦੇ ਨਾਲ ਸਾਡਾ ਸੁਭਾਅ ਨੈਗੇਟਿਵ ਵਾਲਾ ਬਣ ਜਾਂਦਾ ਹੈ। ਅਸੀਂ ਐਗਰੈਸਿਵ ਹੋ ਜਾਂਦੇ ਹਾਂ, ਅਸੀਂ ਹਾਰਸ਼ ਹੋ ਜਾਂਦੇ ਹਾਂ, ਅਸੀਂ ਰੂਡ ਹੋ ਜਾਂਦੇ ਹਾਂ, ਕਿਉਂਕਿ ਅਸੀਂ ਕਿਸੇ ਜਗ੍ਹਾ ਤੋਂ ਨੈਗੇਟਿਵ ਮੈਸੇਜ ਲੈ ਲਿਆ। ਇੰਝ ਹੀ ਸੱਸ 'ਤੇ ਟੁਕਾ ਲਓ, ਇੰਝ ਹੀ ਪਤੀ 'ਤੇ ਟੁਕਾ ਲਓ, ਇੰਝ ਹੀ ਪਤਨੀ ਅਤੇ ਬੱਚਿਆਂ 'ਤੇ ਟੁਕਾ ਲਓ। ਇਸ ਤਰ੍ਹਾਂ ਹੀ ਸਭ ਜਗ੍ਹਾ ਚਾਰੋਂ ਪਾਸੇ ਅਸੀਂ ਸਭ ਜਗ੍ਹਾ ਤੋਂ ਨੈਗੇਟਿਵ ਪਿਕਅਪ ਕਰਦੇ ਹਾਂ। ਉਹ ਮਨੁੱਖ ਦੇ ਮਨ ਦੀ ਬਿਰਤੀ ਹੁੰਦੀ ਹੈ। ਮਨ ਜੈਸਾ ਸੋਚਦਾ ਹੈ ਵੈਸੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਸ੍ਰਿਸ਼ਟੀ ਹਰ ਕਿਸੇ ਦੀ ਆਪਣੀ ਆਪਣੀ ਹੁੰਦੀ ਹੈ। ਆਮ ਕਹਾਵਤ ਹੈ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਮੇਰੀ ਦ੍ਰਿਸ਼ਟੀ 'ਚ ਲੋਕੀ ਚੰਗੇ ਹਨ ਤਾਂ ਮੈਨੂੰ ਚੰਗੇ ਲੱਗਦੇ ਹਨ, ਦੁਨੀਆ ਚੰਗੀ ਲੱਗਦੀ ਹੈ। मेरी दृष्टि विच मेरे देखने के नज़रिए में लोग भैड़े हैं, बेईमान हैं, धोखेबाज हैं, किसी पर विश्वास नहीं करना चाहिए, तो मैं सारिਆਂ ਨੂੰ ਉਸ ਤਰ੍ਹਾਂ ਹੀ ਭੈੜਾ ਕਾਊਂਟ ਕਰ ਲੈਂਦਾ ਹਾਂ। ਜੈਸੀ ਦ੍ਰਿਸ਼ਟੀ ਹੋ ਜਾਂਦੀ ਹੈ ਸਾਡੀ, ਜੈਸਾ ਸੋਚਣੀ ਦਾ ਢੰਗ ਹੋ ਜਾਂਦਾ ਹੈ, ਉਸ ਨੂੰ ਨਜ਼ਰੀਆ ਕਹਿੰਦੇ ਹਨ। ਨਜ਼ਰੀਏ ਨੂੰ ਸਾਡਾ ਵਿਜ਼ਨ ਕਹਿੰਦੇ ਹਨ। ਵਿਜ਼ਨ ਮਤਲਬ ਦੇਖਣ ਦਾ ਢੰਗ, ਦੇਖਣ ਦਾ, ਸੁਣਨ ਦਾ, ਸਮਝਣ ਦਾ ਢੰਗ। ਮੈਨੂੰ ਅਕਲ ਪੂਰੀ ਨਹੀਂ ਹੈ, ਇਹ ਮੈਂ ਮੰਨ ਕੇ ਚੱਲਦਾ ਹਾਂ। ਜਦੋਂ ਇਹ ਮੰਨ ਕੇ ਮੈਂ ਚੱਲਦਾ ਹਾਂ ਤਾਂ ਮੈਂ ਆਪਣੇ ਤੋਂ ਕਿਸੇ ਹਾਇਰ, ਕਿਸੇ ਉੱਚੇ, ਕਿਸੇ ਆਪਣੇ ਤੋਂ ਸਿਆਣੇ ਦੀ ਮੱਤ ਲੈਣਾ ਚਾਹੁੰਦਾ ਹਾਂ। ਜੇ ਮੇਰਾ ਇਹ ਵਾਲਾ ਸੁਭਾਅ ਬਣ ਜਾਏ, ਇਹਨੂੰ ਕਹਿੰਦੇ ਨੇ ਮਨ ਨੀਵਾਂ। ਅਤੇ ਕਿਉਂਕਿ ਮਨ ਨੀਵਾਂ ਹੋ ਗਿਆ ਹੈ ਤਾਂ ਹੁਣ ਮਨ ਨੀਵੇਂ ਵਿੱਚ ਵਸਤ ਪੈ ਜਾਏਗੀ, ਮੱਤ ਉੱਚੀ ਮਿਲ ਜਾਏਗੀ। ਦ ਮੂਮੈਂਟ ਮਨ ਨੀਵਾਂ ਤਾਂ ਮੱਤ ਉੱਚੀ ਹੋ ਜਾਂਦੀ ਹੈ। ਇਹ ਨਮਰਤਾ ਦਾ ਪ੍ਰਤੀਕ ਹੈ। ਅਸੀਂ ਕਿਸੇ ਤੋਂ ਵੀ ਸਾਰੀ ਦੁਨੀਆ ਵਿੱਚ ਚਾਰੋਂ ਪਾਸੋਂ ਕੁਝ ਵੀ ਸਿੱਖਣ ਦਾ ਨਜ਼ਰੀਆ ਬਣਾਈਏ, ਆਪਣਾ ਹੀਆ, ਆਪਣਾ ਮਨ ਬਣਾਈਏ ਤਾਂ ਸਾਨੂੰ ਚੰਗੇ ਗੁਣ ਪ੍ਰਾਪਤ ਹੋ ਸਕਦੇ ਹਨ। ਲੇਕਿਨ ਅਸੀਂ ਚਾਰੋਂ ਪਾਸੋਂ ਨੈਗੇਟਿਵ ਗੁਣ ਲੈਂਦੇ ਰਹਿੰਦੇ ਹਾਂ। ਨੈਗੇਟਿਵ ਗੁਣਾਂ ਨੂੰ ਅਵਗੁਣ ਕਹਿੰਦੇ ਨੇ, ਨੈਗੇਟਿਵ ਗੁਣਾਂ ਨੂੰ ਜਮ ਦੀ ਬੁੱਧੀ ਕਹਿੰਦੇ ਹਨ। ਇਸ ਕਰਕੇ ਇੱਕ ਕੌਨਸੈਪਟ ਦੁਨੀਆ ਦੇ ਸਾਹਮਣੇ ਰੱਖਿਆ ਗਿਆ ਜਿਸ ਦਾ ਨਾਂ ਹੈ ਧਰਮ। ਤੂੰ ਧਰਮ ਦੀ ਅਗਵਾਈ ਲੈ ਲੈ, ਤੇਰਾ ਮਨ ਜਦੋਂ ਹੀ ਨਿਮਰਤਾ ਵਿੱਚ ਧਰਮ ਦੀ ਅਗਵਾਈ ਲਵੇਗਾ ਤਾਂ ਆਈਡੀਅਲਸ ਚੰਗੇ ਗੁਣਾਂ ਦੇ ਨਾਲ ਜੀਵੇਗਾ। ਆਈਡੀਅਲਸ ਚੰਗੇ ਗੁਣ ਤੈਨੂੰ ਧਰਮ ਸਿਖਾਏਗਾ। ਧਰਮ ਦੀ ਡੈਫੀਨੇਸ਼ਨ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਰੱਬੀ ਗੁਣਾਂ ਨੂੰ ਦ੍ਰਿੜ ਕਰ ਅਤੇ ਨਿਰਮਲ ਕਰਮਾਂ ਨਾਲ ਜੀਵਿਆ ਕਰ। ਹਰ ਕੋ ਨਾਮ ਜਪ ਨਿਰਮਲ
ਕਰਮ ਨਿਰਮਲ ਕਰਮ ਕਰਿਆ ਕਰ। ਨਿਰਮਲ ਕਰਮਾਂ ਦਾ ਜਿਹੜਾ ਸੁਨੇਹਾ ਦਿੰਦਾ ਉਹਨੂੰ ਧਰਮ ਕਹਿੰਦੇ ਹਨ। ਧਰਮ ਦੇ ਅੱਗੇ ਅਸੀਂ ਸਰੈਂਡਰ ਕਰਦੇ ਹਾਂ। ਜਦੋਂ ਅਸੀਂ ਧਰਮ ਦੇ ਅੱਗੇ ਸਰੈਂਡਰ ਕਰਦੇ ਹਾਂ, ਸਾਰੀ ਦੁਨੀਆ ਦਾ ਇੱਕੋ ਧਰਮ ਹੁੰਦਾ ਹੈ। ਇਹ ਅਸੀਂ ਵੱਖਰੇ ਵੱਖਰੇ ਬਣਾਏ ਨੇ, ਹਿੰਦੂ, ਮੁਸਲਮਾਨ, ਜੈਨੀ, ਬੋਧੀ, ਇਹ ਸਾਡੇ ਬਣਾਏ ਹੋਏ ਮਜ਼ਹਬ ਹਨ। ਪਰ ਰੱਬ ਜੀ ਦੀ ਦੁਨੀਆ ਵਿੱਚ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮਾਂ ਨਾਲ ਜੀਣ ਦੀ ਜਿਹੜੀ ਜਾਚ ਹੈ ਉਹ ਧਰਮ ਸਿਖਾਉਂਦਾ ਹੈ। ਜਦੋਂ ਅਸੀਂ ਨਿਰਮਲ ਕਰਮਾਂ ਨਾਲ ਜੀਂਦੇ ਹਾਂ, ਇਹਦਾ ਮਤਲਬ ਰੱਬ ਮੇਰੇ ਵੱਲ ਹੈ। ਜੇ ਮੈਂ ਮੰਦੇ ਅਵਗੁਣੀ ਸੁਭਾਅ ਨਾਲ ਜੀਂਦਾ ਹਾਂ ਤਾਂ ਰੱਬ ਮੇਰੇ ਵੱਲ ਨਹੀਂ ਹੈ, ਸ਼ੈਤਾਨ ਮੇਰੇ ਵੱਲ ਹੈ, ਜੰਮ ਬੁੱਧੀ ਮੇਰੇ ਵੱਲ ਹੈ। ਮੈਂ ਟੇਕ ਲੈਂਦਾ ਹਾਂ ਨੈਗੇਟਿਵਸ ਦੀ। ਜੋ ਇਨਸਾਨ ਨੈਗੇਟਿਵਸ ਦੀ ਟੇਕ ਲੈ ਲੈਂਦਾ ਹੈ ਉਹ ਨੈਗੇਟਿਵਸ ਦਾ ਮੁਥਾਜ ਹੈ। ਮੈਂ ਕੀ ਕਰਾਂ, ਮੇਰੇ ਵੱਸ ਨਹੀਂ ਸੀ, ਮੈਂ ਭੈੜਾ ਬੋਲਣਾ ਪਿਆ। ਮੈਂ ਕੀ ਕਰਾਂ, ਮੇਰੇ ਵੱਸ ਨਹੀਂ ਸੀ, ਮੈਨੂੰ ਨਿੰਦਾ ਕਰਨੀ ਪਈ। ਮੈਂ ਕੀ ਕਰਾਂ, ਮੇਰੇ ਵੱਸ ਨਹੀਂ ਸੀ, ਮੈਂ ਮੁਥਾਜ ਹਾਂ ਕਿ ਮੈਨੂੰ ਹੇਟਰੇਡ ਅਤੇ ਈਰਖਾ ਕਰਨੀ ਪਈ। ਇਹਦਾ ਮਤਲਬ ਮੈਂ ਨੈਗੇਟਿਵ ਬਾਰ-ਬਾਰ ਮੇਰਾ ਲਫ਼ਜ਼ ਖਿਮਾ ਕਰਨਾ, ਮੇਰੇ ਕੋਲ ਨੈਗੇਟਿਵ ਤੋਂ ਇਲਾਵਾ ਅਵਗੁਣੀ, ਮੰਦੇ ਖਿਆਲ, ਇਹੀਓ ਅੱਖਰ ਜੁਟਾਏ ਜਾ ਰਹੇ ਨੇ। ਮੰਦੇ ਖਿਆਲਾਂ ਨੂੰ ਮੈਂ ਆਪਣੇ ਸੁਭਾਅ ਅੰਦਰ ਦ੍ਰਿੜ ਕਰਕੇ ਚੱਲਦਾ ਹਾਂ। ਮੰਦੇ ਖਿਆਲਾਂ ਦਾ ਸਹਾਰਾ ਲੈਂਦਾ ਹਾਂ ਕਿਉਂਕਿ ਮੈਂ ਉਹਨਾਂ ਦਾ ਮੁਥਾਜ ਹਾਂ। ਗੁਰੂ ਪਾਤਸ਼ਾਹ ਅੱਜ ਦੇ ਸ਼ਬਦ ਦੀ ਪੌੜੀ ਦੀ ਪਹਿਲੀ ਪੰਕਤੀ 'ਚ ਕਹਿੰਦੇ ਨੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਏ ਛੰਦਾ। ਮੋਏ ਛੰਦਾ ਦਾ ਮਤਲਬ ਕੀ ਮੁਥਾਜੀ। ਮੈਨੂੰ ਮੁਥਾਜੀ ਨਹੀਂ ਰਹੀ ਅਵਗੁਣਾ ਦੀ। ਜੇ ਮੈਂ ਅਵਗੁਣਾ ਦੀ ਮੁਥਾਜੀ ਲੈਣਾ ਚਾਹੁੰਦਾ ਹਾਂ ਤਾਂ ਮਾਨੋ ਮੈਂ ਰੱਬ ਵੱਲ ਪਿੱਠ ਕੀਤੀ ਹੈ। ਰੱਬ ਮੇਰੇ ਵੱਲ ਨਹੀਂ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਸੀਂ ਇੱਕ ਸ਼ਲੋਕ ਪੜ੍ਹਦੇ ਹਾਂ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਜੋ ਹੰਕਾਰ ਕਰਦਾ ਹੈ ਉਹ ਆਪਣੇ ਗਰਭ ਵਿੱਚ ਗਲਦਾ ਹੈ। ਰੱਬ ਜੀ ਉਹਦੇ ਵੱਲ ਕੋਈ ਪਿੱਠ ਨਹੀਂ ਕਰਦੇ ਨੇ। ਉਹ ਆਪਣੇ ਹੰਕਾਰ ਦੇ ਕਾਰਨ ਗਲਦਾ ਰਹਿੰਦਾ ਹੈ। ਆਪਣੇ ਅਹੰਕਾਰ ਜਗਤ ਜਲਿਆ ਜਲਦਾ ਰਹਿੰਦਾ ਹੈ। ਰੱਬ ਜੀ ਸਾਰਿਆਂ ਦੇ ਵਾਸਤੇ ਹਨ, ਸਾਰਿਆਂ ਵਾਸਤੇ ਹਨ, ਕਿਸੇ ਵੱਲ ਪਿੱਠ ਨਹੀਂ ਕਰਦੇ ਨੇ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਾਹਾਂ। ਹੁਣ ਮੱਛੀ ਜਦੋਂ ਪਾਣੀ ਦੇ ਅੰਦਰ ਹੁੰਦੀ ਹੈ ਉਹਦੇ ਚਾਰੋਂ ਪਾਸੇ ਪਾਣੀ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ। ਮੱਛੀ ਕਹਿ ਰਹੀ ਹੈ, ਮੇਰੇ ਰੱਬ ਜੀ ਤੁਹਾਡਾ ਪਾਣੀ ਹੀ ਮੇਰਾ ਜੀਵਨ ਹੈ। ਮੈਂ ਜਿਸ ਪਾਸੇ ਵੇਖਦੀ ਹਾਂ ਪਾਣੀ ਪਾਣੀ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ। ਤੁਝ ਤੇ ਨਿਕਸੀ ਫੂਟ ਮਰਾਂ। ਮੈਂ ਤੁਹਾਡੇ ਪਾਣੀ ਤੋਂ ਬਾਹਰ ਚਲੀ ਜਾਵਾਂ ਤਾਂ ਮੈਂ ਮਰ ਜਾਂਦੀ ਹਾਂ। ਜੇ ਮੇਰਾ ਮਨ ਰੱਬ ਜੀ ਨੂੰ ਇਗਨੋਰ ਕਰਦਾ ਹੈ, ਮਾਨੋ ਮੱਛੀ ਮੇਰੀ ਪਾਣੀ ਤੋਂ ਬਾਹਰ ਚਲੀ ਗਈ ਹੈ। ਇੱਕ ਘੜੀ ਨਾ ਮਿਲਤੇ ਤਾਂ ਕੱਲ ਜੁਗੋਤਾ, ਹੁਣ ਕੱਲ ਹੋਏਗੀ ਮੇਰੇ ਜੀਵਨ ਵਿੱਚ ਕੱਲਾ ਕਲੇਸ਼ ਹੋਏਗੀ। ਇਸ ਕਰਕੇ ਰੱਬ ਨੂੰ ਆਪਣੇ ਵੱਲ ਕਰਨ ਦੀ ਜਾਚ ਧਰਮ ਸਿਖਾਉਂਦਾ ਹੈ। ਰੱਬ ਜੀ ਨੂੰ ਮੁੱਠੀ 'ਚ ਪਕੜ ਕੇ ਰੱਬ ਜੀ ਕੋਲੋਂ ਕੰਮ ਕਰਨ ਦੀ ਜਾਚ ਧਰਮ ਨਹੀਂ ਸਿਖਾਉਂਦਾ ਹੈ। ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝਿਆ ਹੋਇਆ ਹੈ। ਲੋਗਨ ਰਾਮ ਖਿਲੌਣਾ ਜਾਣਾ, ਇੰਨੇ ਪਾਠ ਕਰ ਲਓ, ਇੰਨਾ ਇਹ ਕਰ ਲਓ, ਇੰਝ ਨੰਗੇ ਪੈਰ ਚਲੇ ਜਾਓ, ਇੰਝ ਠੰਡੇ ਪਾਣੀ ਨਾਲ ਨਹਾ ਲਓ, ਇੰਝ ਠੰਡੇ ਪਾਣੀ ਨਾਲ ਸਿਰ ਧੋ ਲਓ, ਇੰਨੇ ਵਜੇ ਰੱਬ ਜੀ ਮਿਲਣਗੇ, ਇੰਨੇ ਵਜੇ ਨਹੀਂ ਮਿਲਣਗੇ, ਸੰਗਰਾਂਦ ਮੱਸਿਆ ਪੂਰਨਮਾਸ਼ੀ 'ਤੇ ਆਉਣਗੇ ਜਾਂ ਫਲਾਣੇ ਦਿਨ ਆਉਣਗੇ। ਇਸ ਤਰ੍ਹਾਂ ਨਹੀਂ ਹੈ। ਪਿਛਲੇ ਪੂਰੇ ਹਫ਼ਤੇ 10 ਦਿਨਾਂ ਤੋਂ ਸਾਰਾ ਸਿੱਖ ਪੰਥ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਮਨਾ ਰਿਹਾ, ਤਾਂ ਕੱਲ੍ਹ ਵੀ ਅਸੀਂ ਪੰਕਤੀ ਸਾਂਝ ਕੀਤੀ ਸੀ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਮੀਨਸ ਜਮ ਬੁੱਧੀ ਮੰਦੇ ਖਿਆਲ, ਦਹਿਨ ਪਿਆ ਜਲ ਗਏ। ਗੋਬਿੰਦ ਪ੍ਰਗਟਾਇਆ, ਗੋਬਿੰਦ ਪ੍ਰਗਟ ਹੋ ਗਿਆ। ਸਾਧ ਸੰਗਤ ਜੀ, ਸਾਨੂੰ ਅੰਦਰੋਂ ਗੋਬਿੰਦ ਪ੍ਰਗਟ ਕਰਨਾ ਹੈ।
ਜਦੋਂ ਅੰਦਰੋਂ ਗੋਬਿੰਦ ਪ੍ਰਗਟ ਹੋ ਜਾਏ ਤਾਂ ਮਿਟਿਆ ਅੰਧੇਰਾ ਚੰਨ ਚੜਿਆ ਹੁੰਦਾ ਹੈ। ਅੰਦਰੋਂ ਪ੍ਰਕਾਸ਼ ਹੋ ਗਿਆ, ਮਾਨੋ ਰੱਬ ਮੇਰੇ ਵੱਲ ਹੈ, ਹੁਣ ਚੰਗੇ ਗੁਣਾਂ ਦੇ ਨਾਲ ਸਾਂਝ ਪਾਵਾਂਗਾ। ਜੋ ਇਨਸਾਨ ਨੂੰ ਚੰਗੇ ਗੁਣ ਪਤਾ ਨੇ, मैं सेंटेंस दोबारा बोलता, जिस इंसान को चंगे गुण के बारे में पता है वो कभी कभी प्रैक्टिस करता है और कभी कभी छोड़ देता है, तब मानो उन्होंने चंगे गुणा की वैल्यू नहीं है। जिसने चंगे गुण का पल्ला छोड़ दिता और अवगुणा का पल्ला फड़ लिया, वो उदा मुथाज हो गया। अंधा देखते हो, अंधा अन्ना सोटी दा मुथाज है, सोटी पकड़ के चलता है, बिना सोटी दे चल नहीं सकता। अन्ना, बुढ़ा, हड्डी टुट्टी वाला, नौजवान, कोई भी जदों बिना सोटी दे नहीं चल सकता, वो सोटी दा मुथाज है। मैं जदों अवगुणा दा पल्ला फड़ लवां और गुण छोड़ दियां ਤਾਂ ਮੈਂ ਅਵਗੁਣਾ ਦਾ ਮੁਥਾਜ ਹੋ ਗਿਆ। ਜੇ ਮੈਂ ਰੱਬ ਜੀ ਨੂੰ ਆਪਣੇ ਵੱਲ ਸਮਝਦਾ ਹਾਂ ਤਾਂ ਮੈਂ ਹੇਟਰੇਡ, ਈਰਖਾ, ਨਿੰਦਾ, ਚੁਗਲੀ, ਬੈਕ ਬਾਈਟਿੰਗ, ਨਫ਼ਰਤ, ਐਸੇ ਖਿਆਲਾਂ ਦੀ ਮੁਥਾਜੀ ਨਹੀਂ ਕਰਾਂਗਾ। ਜਾਂ ਤੂੰ ਮੇਰੇ ਵੱਲ ਹੈ, ਜਾਂ ਦਾ ਮਤਲਬ ਜਦੋਂ ਅਸੀਂ ਇੰਜ ਨਹੀਂ ਕਰਾਂਗੇ। ਸ਼ਬਦ ਦੇ ਵਿੱਚ ਆਏਗਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤਾਂ ਗੱਲ ਸਮਝ ਆਏਗੀ। ਮੈਂ ਬੰਦਾ ਬਣਦਾ ਹਾਂ ਤਾਂ ਤੁਸੀਂ ਮੈਨੂੰ ਸਭ ਕੁਝ ਸੌਂਪਦੇ ਹੋ। ਉਹਨੂੰ ਕਹਿੰਦੇ ਨੇ ਹੱਬੇ ਸਾਖ ਕੁੜਾਵੇ ਡਿੱਠੇ ਤਉ ਪੱਲੇ ਤੈਂਡੇ ਲਾਗੇ। ਸਾਖ ਮੈਂ ਕਿਹੜੇ ਬਣਾਏ ਹੋਏ ਨੇ, ਫਰੈਂਡਸ ਮੈਂ ਕਿਹੜੇ ਬਣਾਏ ਹੋਏ ਨੇ, ਰਿਸ਼ਤੇਦਾਰ ਮੈਂ ਕਿਹੜੇ ਬਣਾਏ ਨੇ, ਅਵਗੁਣ। ਮੇਰੀ ਪਤਨੀ ਮੇਰੇ ਨਾਲ ਨਿਮਰਤਾ ਨਾਲ ਬੋਲਦੀ ਹੈ, ਪਰ ਮੇਰੀ ਮਰਜ਼ੀ ਮੁਤਾਬਕ ਚੱਲਦੀ ਹੈ ਤਾਂ ਗੱਲ ਠੀਕ ਹੈ। ਜਿੱਥੇ ਮੇਰੀ ਪਤਨੀ ਮੈਨੂੰ ਰੋਕਦੀ ਹੈ, ਤੁਸੀਂ ਸ਼ਰਾਬ ਨਾ ਪੀਆ ਕਰੋ, ਮੇਰੀ ਪਤਨੀ ਮੈਨੂੰ ਰੋਕਦੀ ਹੈ, ਤੁਸੀਂ ਉੱਚਾ ਨਾ ਬੋਲਿਆ ਕਰੋ, ਮੇਰੀ ਪਤਨੀ ਮੈਨੂੰ ਬੋਲਦੀ ਹੈ ਤੁਸੀਂ ਗੁੱਸਾ ਨਾ ਕਰਿਆ ਕਰੋ, ਉਸ ਵੇਲੇ ਮੈਨੂੰ ਮੇਰੀ ਪਤਨੀ ਦੀ ਗੱਲ ਚੰਗੀ ਨਹੀਂ ਲੱਗਦੀ। ਉਸ ਵੇਲੇ ਮੈਂ ਮੁਥਾਜ ਹੋ ਜਾਂਦਾ ਹਾਂ ਉੱਚਾ ਬੋਲਣ ਦਾ, ਉਸ ਵੇਲੇ ਮੈਂ ਮੁਥਾਜ ਹੋ ਜਾਂਦਾ ਆਪਣੀ ਮਰਦਾਨਗੀ ਦਿਖਾਉਣ ਦਾ। ਤੂੰ ਔਰ ਮੇਰੇ ਅੱਗੇ ਬੋਲੇ, ਮੈਨੂੰ ਨਸੀਹਤ ਨਾ ਦਿਆ ਕਰ, अपनी खाल में रहा कर, मैं आखिर मर्द हूँ, मैं घर का मालिक हूँ, मेरी मर्जी है। इंज कई जगह पत्नियां बोलदियां ने, कई जगह सस्सां बोलदियां ने। जदों असी नैगेटिव दा पल्ला फड़दे हाँ तां असी रब जी दे बंदे नहीं रहंदे हाँ। मेरे कोलों खजाना खुस जांदा है। कौन खोंदा है? कोई नहीं खोंदा है, मैं छड्ड देंदा हाँ। गुरु पातशाह कहते ने, जां तू मेरे वल है तां क्या मोह छंदा, तुझ सब कुछ मैनू सौंपिया। सब कुछ की सौंपिया? जे तां असी दुनियावी चीज़ां नू समझदे हाँ तां असी आके कहंदे हां तुसी मैनू मकान दिता है, तुसी मैनू पुत्र दिता है, तुसी मैनू कार दिती है, तुसी मैनू नौकरी दिती है। ਇਹ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਹੀ ਨਹੀਂ। ਸਾਨੂੰ ਪ੍ਰਚਾਰਕ ਕਹਿੰਦੇ ਨੇ ਉਹ ਤੁਸੀਂ ਥਾਂ ਥਾਂ ਤੇ ਜਾ ਕੇ ਮੰਗਦੇ ਹੋ, ਗੁਰੂ ਦੇ ਦਰ ਤੇ ਆ ਕੇ ਮੰਗੋ। ਵਾਹ, ਗੱਲ ਆਖਿਰਕਾਰ ਉੱਥੇ ਹੀ ਰਹੀ ਕਿ ਧੀਆਂ ਪੁੱਤਰ ਮੰਗੋ, ਕਾਰ ਮੰਗੋ, ਮਕਾਨ ਮੰਗੋ, ਸੀਮੈਂਟ ਮੰਗੋ, ਲੋਨ ਮੰਗੋ, ਧੀ ਪੁੱਤਰ ਦਾ ਰਿਸ਼ਤਾ ਮੰਗੋ, ਪਰ ਮੰਗੋ ਗੁਰੂ ਗ੍ਰੰਥ ਸਾਹਿਬ ਕੋਲੋਂ। ਗੁਰੂ ਗ੍ਰੰਥ ਸਾਹਿਬ ਜੀ ਤਾਂ ਨਹੀਂ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਚੰਗੀ ਸੋਚਣੀ ਦੀ ਦਾਤ ਦਿੰਦੇ ਨੇ। ਤੁਧ ਸਭ ਕੁਛ ਮੈਨੂੰ ਸੌਂਪਿਆ ਦਾ ਮਤਲਬ ਧੀਆਂ ਪੁੱਤਰ ਦੁਨਿਆਵੀ ਪਦਾਰਥ ਨਹੀਂ ਹੈ।
ਸਾਨੂੰ ਘੋਟ ਕੇ ਇਹ ਗੱਲ ਸਮਝਣੀ ਪਵੇਗੀ। ਜਦੋਂ ਅਸੀਂ ਇਹ ਗੱਲ ਸਮਝ ਜਾਵਾਂਗੇ, ਤੁਧ ਸਭ ਕੁਛ ਮੈਨੂੰ ਸੌਂਪਿਆ ਪਤਾ ਲੱਗੇਗਾ। ਖਾਵੋ ਖਰਚੋ ਟੂਟ ਨ ਆਵੇ, ਖਾਵੋ ਖਰਚੋ ਟੂਟ ਨ ਆਵੇ, ਹਲਤ ਪਲਤ ਕੈ ਸੰਗੇ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਇਹ ਮਨ ਹਾਰ ਰੰਗ ਰੰਗੇ, ਇਹ ਮਨ ਹਾਰ ਰੰਗ ਰੰਗੇ, ਖਾਵੋ ਖਰਚੋ ਟੂਟ ਨ ਆਵੇ, ਹਲਤ ਪਲਤ ਕੈ ਸੰਗੇ। ਸਤਿਗੁਰ ਸੁਮਤ ਬਖਸ਼ਦਾ ਹੈ। ਸਤਿਗੁਰ ਆਈਡੀਅਲਸ ਨਾਲ ਜੀਣ ਦੀ ਅਕਲ ਦਿੰਦਾ ਹੈ, ਕਰੇਜ ਦਿੰਦਾ ਹੈ, ਅੰਦਰੋਂ ਉਦਮ ਬਖਸ਼ਦਾ ਹੈ। ਚੰਗੇ ਗੁਣਾਂ ਨਾਲ ਜੀਣ ਦੀ ਜਿਹੜੀ ਅਸੀਂ ਮਿਹਨਤ ਕਰਦੇ ਹਾਂ, ਉਹਨੂੰ ਕਹਿੰਦੇ ਨੇ ਉਦਮ ਕਰੇਂਦਿਆ ਜੀਓ ਤੂੰ ਕਮਾਉਂਦਿਆਂ ਸੁਖ ਪੁੰਜ। ਕਮਾਣਾ ਕੀ ਹੈ? ਪੈਸਾ ਨਹੀਂ। ਪੈਸਾ ਤੇ ਬਾਹਰਲੀ ਦੁਨੀਆ ਜੀਣ ਵਾਸਤੇ ਹੈ। ਕਮਾਣਾ ਹੈ ਚੰਗੇ ਗੁਣਾਂ ਦਾ ਸੁਭਾਅ। ਚੰਗੇ ਗੁਣਾਂ ਦਾ ਸੁਭਾਅ ਤੁਧ ਸਭ ਕੁਛ ਮੈਨੂੰ ਸੌਂਪਿਆ, ਮੈਨੂੰ ਦੇ ਦਿੱਤਾ। ਹੁਣ ਜਿਸ ਨੂੰ ਗੁਰੂ ਪਾਤਸ਼ਾਹ ਸੰਤੋਖ ਦੀ ਅਕਲ ਬਖਸ਼ ਦਿੰਦੇ ਨੇ, ਉਹਨੂੰ ਕੁਛ ਮੰਗਣਾ ਨਹੀਂ ਪੈਂਦਾ। ਜਦੋਂ ਕੁਛ ਵੀ ਮੰਗਣਾ ਨਹੀਂ ਪੈਂਦਾ ਔਰ ਸੰਤੋਖ ਦੀ ਅਵਸਥਾ ਬਣ ਜਾਂਦੀ ਹੈ, ਉਹਨੂੰ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਮੈਂ ਅਰਦਾਸ ਕਰਨ ਆਇਆ ਸੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ। ਮੈਨੂੰ ਸੰਤੋਖ ਦੀ ਅਕਲ ਦੇ ਦਿਓ। ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਮੇਰੇ ਮਨ ਦੀ ਭੁੱਖ ਉਤਰ ਜਾਏ। ਜੇ ਸਾਡੇ ਮਨ ਦੀ ਭੁੱਖ ਨਹੀਂ ਉਤਰੀ ਨਾ, ਅਸੀਂ ਲੋਭੀ ਤੇ ਲਾਲਚੀ ਤੇ ਮੂਰਖ ਹੁੰਦੇ ਹਾਂ। ਸੋ ਦੁਨਿਆਵੀ ਪਦਾਰਥਾਂ ਦੇ ਚੱਕਰ ਵਿੱਚ ਮੈਂ ਆਪਣਾ ਮਿੱਤਰ ਗਵਾ ਲਿਆ। ਮੈਨੂੰ ਇਹ ਮਿੱਤਰ ਇਸ ਕਰਕੇ ਚੰਗਾ ਨਹੀਂ ਲੱਗਦਾ ਕਿ ਇਹਨੇ ਮੇਰੇ ਪੈਸੇ ਦੇਣੇ ਨੇ। ਮੈਨੂੰ ਮੇਰਾ ਇਹ ਮਿੱਤਰ ਚੰਗਾ ਇਸ ਕਰਕੇ ਨਹੀਂ ਲੱਗਦਾ, ਇਹਨੇ ਫਲਾਣੇ ਵੇਲੇ ਮੈਨੂੰ ਧੋਖਾ ਦਿੱਤਾ ਸੀ। ਮੈਂ ਆਪਣਾ ਮਿੱਤਰ ਗਵਾ ਲਿਆ। ਮਿੱਤਰ ਬੜੀ ਮੁਸ਼ਕਿਲ ਨਾਲ ਮਿਲਦੇ ਨੇ, ਜਿਨ੍ਹਾਂ ਨਾਲ ਬੈਠ ਕੇ ਸੱਚ ਦੀਆਂ ਵਿਚਾਰਾਂ ਕਰੀਦਾ, ਜਿਨ੍ਹਾਂ ਨਾਲ ਬੈਠ ਕੇ ਸਾਨੂੰ ਸਟਾਕ ਮਾਰਕੀਟ ਡਿਸਕਸ ਕਰਨੀ ਪਵੇ, ਜਿਨ੍ਹਾਂ ਨਾਲ ਬੈਠ ਕੇ ਸਾਨੂੰ ਸ਼ਰਾਬਾਂ ਡਿਸਕਸ ਕਰਨੀਆਂ ਪੈਣ, ਜਿਨ੍ਹਾਂ ਨਾਲ ਬੈਠ ਕੇ ਸਾਨੂੰ ਦੁਨਿਆਵੀ ਪਾਖੰਡ ਡਿਸਕਸ ਕਰਨੇ ਪੈਣ, ਜਿਨ੍ਹਾਂ ਨਾਲ ਬੈਠ ਕੇ ਸਾਨੂੰ ਹਿਪੋਕ੍ਰੇਸੀ ਦੀ ਅਕਲ ਆਉਂਦੀ ਹੋਵੇ, ਉਹ ਸਾਡੇ ਮਿੱਤਰ ਨਹੀਂ ਹੁੰਦੇ ਨੇ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾੜੜੇ ਸੇ, ਮਿੱਤਰ ਅਸਾੜੜੇ ਸੇ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ। ਹੋ ਟੁੰਡੇ ਦੀ ਜਗ
ਸਬਾਇਆ, ਹੋਠ ਡੇਲੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ, ਜਿਨਾ ਦਿਸੰਦੜਿਆ ਦੁਰਮਤ ਵੰਜੈ, ਜਿਨਾ ਦਿਸੰਦੜਿਆ ਦੁਰਮਤ ਵੰਜ, ਮਿੱਤਰ ਅਸਾੜੜੇ ਸੇ, ਮਿੱਤਰ ਅਸਾੜੜੇ ਸੇ, ਜਿਨਾ ਦਿਸੰਦੜਿਆ ਦੁਰਮਤ ਵੰਜ, ਜਿਨਾ ਦਿਸੰਦੜਿਆ ਦੁਰਮਤ। ਮਨ ਚੰਗੇ ਗੁਣਾਂ ਨੂੰ ਦੇਖ ਸਕੇ, ਚੰਗੇ ਗੁਣਾਂ ਨੂੰ ਲੈ ਸਕੇ, ਉਹ ਉਸ ਦੇ ਮਿੱਤਰ ਹੁੰਦੇ ਨੇ। ਤੇ ਜਿਹੜੇ ਮੇਰਾ ਮਨ ਹੀ ਮੇਰਾ ਮਿੱਤਰ ਨਾ ਰਵੇ, ਤਾਂ ਮੇਰਾ ਮਨ ਬਾਹਰਲੇ ਮਿੱਤਰ ਵੀ ਪਾਖੰਡੀ ਬਣਾ ਲੇਗਾ, ਸਤਸੰਗੀ ਨਹੀਂ ਬਣਾਏਗਾ। ਅੰਦਰ ਦੀ ਦੁਨੀਆ ਬਾਹਰ ਫੈਲਦੀ ਹੈ। ਜੋ ਜੀਏ ਹੋਏ ਸੋ ਉਗਵੇ, ਜੈਸਾ ਅੰਦਰ ਬੀਜ ਹੈ ਵੈਸੀ ਬਾਹਰ ਫਸਲ ਹੋਏਗੀ। ਅੰਦਰ ਦੇ ਮਿੱਤਰ ਪ੍ਰਾਪਤ ਕਰਨੇ ਨੇ ਚੰਗੇ ਗੁਣਾ ਕਰਕੇ, ਜਿਸ ਦਾ ਸਦਕਾ ਬਾਹਰ ਦੀ ਮੇਰੀ ਦੁਨੀਆ ਬਦਲ ਜਾਏਗੀ। ਮੈਂ ਇੱਕ ਐਗਜ਼ਾਮਪਲ ਸਾਂਝ ਕਰਾਂ। ਭਾਵੇਂ ਮੈਂ ਇੰਡੀਆ ਰਹਿੰਦਾ ਸੀ ਤੇ ਭਾਵੇਂ ਮੈਂ ਅਮਰੀਕਾ ਤੋਂ ਆਇਆ, ਲੋਕੀ ਮੈਨੂੰ ਵਿਆਹ ਸ਼ਾਦੀ ਦਾ ਕਾਰਡ ਦਿੰਦੇ ਸਨ, ਮੈਂ ਉਹਨਾਂ ਦੇ ਵਿਆਹ ਸ਼ਾਦੀ 'ਤੇ ਚਲਾ ਜਾਂਦਾ ਸੀ। ਮੈਂ ਲਿਫਾਫੇ 'ਚ ਪਾ ਕੇ ਕੁਛ ਦਿੰਦਾ ਨਹੀਂ ਸੀ। ਆਸਤਾ ਆਸਤਾ ਮੈਨੂੰ ਲੋਕਾਂ ਨੇ ਬੁਲਾਣਾ ਛੋੜ ਦਿੱਤਾ। ਮੈਨੂੰ ਲੋਕੀ ਲੋਹੜੀ 'ਤੇ ਵੀ ਬੁਲਾਉਂਦੇ ਸਨ, ਮੈਂ ਮੁਲਾਜੇ ਵਾਸਤੇ ਉਹਨਾਂ ਦੀ ਲੋਹੜੀ 'ਤੇ ਜਾਂਦਾ ਸੀ। ਅੱਜ ਮੈਨੂੰ ਕਿਸੇ ਨੇ ਬੁਲਾਇਆ। ਕਿਉਂ? ਕਿਉਂਕਿ ਮੈਂ ਜਦੋਂ ਉਹਨਾਂ ਦੀ ਲੋਹੜੀ 'ਤੇ ਜਾਂਦਾ ਸੀ, ਉਹ ਉੱਥੇ ਭਾਂਗੜੇ ਪਾਉਂਦੇ ਸਨ, ਉਹ ਉੱਥੇ ਸ਼ਰਾਬ ਪੀਂਦੇ ਸਨ, ਮੈਂ ਮਜਬੂਰਨ ਬੈਠਾ ਰਹਿੰਦਾ ਸੀ। ਮੇਰੇ ਉਹ ਮਿੱਤਰ ਛੁੱਟ ਗਏ। ਮੇਰੇ ਮਨ ਅੰਦਰ ਉਹਨਾਂ ਬਾਰੇ ਦੁਸ਼ਮਣੀ ਕੋਈ ਨਹੀਂ ਹੈ, ਉਹਨਾਂ ਵਾਸਤੇ ਮੈਂ ਮਿੱਤਰ ਨਹੀਂ ਰਿਹਾ। ਕਿਉਂ? ਨਾ ਤੇ ਸ਼ਰਾਬ ਪੀਂਦਾ, ਨਾ ਕਿ ਕੋਈ ਲਿਫਾਫਾ ਦਿੰਦਾ, ਨਾ ਕੋਈ ਵਧਾਈਆਂ ਦਿੰਦਾ। ਸਾਧ ਸੰਗਤ ਜੀ, ਇੰਜ ਟੈਸਟ ਹੋ ਜਾਂਦਾ ਹੈ। ਇੰਜ ਆਸਤਾ ਆਸਤਾ ਸਾਨੂੰ ਚੰਗੇ ਸੁਚੱਜੇ ਸਰਕਲ ਨਾਲ ਸਾਂਝ ਪੈਂਦੀ ਹੈ। ਅਸੀਂ ਹਰ ਸ਼ਬਦ ਦੀ ਪੰਕਤੀ ਨੂੰ ਆਪਣੇ 'ਤੇ ਟੁਕਾ ਕੇ ਆਪਣੇ ਜੀਵਨ ਵਾਸਤੇ ਗੱਲ ਕਰਦੇ ਹਾਂ, ਪਰ ਜਦੋਂ ਅਸੀਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਸਾਂਝ ਕਰਦੇ ਹਾਂ ਨਾ, ਲੋਕੀ ਕਹਿੰਦੇ ਤੁਸੀਂ ਤਾਂ ਕੋਈ ਰੱਬ ਦੀ ਗੱਲ ਹੀ ਨਹੀਂ ਕੀਤੀ, ਤੁਸੀਂ ਤਾਂ ਕੋਈ ਧਰਮ ਦੀ ਗੱਲ ਹੀ ਨਹੀਂ ਕੀਤੀ। ਅਸੀਂ ਕੋਈ ਅਲਬੇਲੇਪਨ ਨਾਲ ਅੱਖਾਂ ਨੂਟ ਕੇ ਵਾਲੇ ਧਰਮਾਂ ਦੀ ਗੱਲ ਨਹੀਂ ਕਰ ਰਹੇ ਹਾਂ। ਅਸੀਂ ਕੋਈ ਅਸਮਾਨ 'ਤੇ ਬੈਠੇ ਰੱਬ ਜੀ ਨੂੰ ਖੁਸ਼ ਕਰਨ ਵਾਸਤੇ ਗੱਲ ਨਹੀਂ ਕਰ ਰਹੇ ਹਾਂ। ਅਸੀਂ ਧਰਮ ਤੋਂ ਇਹ ਸਿੱਖ ਰਹੇ ਹਾਂ, ਮੈਨੂੰ ਕਿਹੜੀ ਜੀਵਨ ਜਾਚ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ। ਦੈਟ ਇਜ਼ ਕਾਲਡ ਸਪਿਰਿਚੁਅਲਿਟੀ, ਦੈਟ ਇਜ਼ ਕਾਲਡ ਅਧਿਆਤਮਿਕਤਾ, ਦੈਟ ਇਜ਼ ਕਾਲਡ ਧਰਮੀ ਜੀਵਨ। ਅਸੀਂ ਸਿੱਖ ਰਹੇ ਹਾਂ। ਮੈਂ ਸਟੇਜ 'ਤੇ ਬੋਲ ਰਿਹਾ, ਮੈਂ ਧਰਮੀ ਨਹੀਂ ਹੋ ਗਿਆ। ਅਸੀਂ ਤੇ ਰਲ ਕੇ ਸਾਂਝ ਕਰ ਰਹੇ ਹਾਂ। ਸੋ ਅਸੀਂ ਜਦੋਂ ਬਾਣੀ 'ਚੋਂ ਸਿੱਖਦੇ ਜਾਂਦੇ ਹਾਂ ਤਾਂ ਬਾਣੀ 'ਚੋਂ ਅਸੀਂ ਆਪਣੀ ਸੁਧਾਈ ਵਾਸਤੇ ਸਿੱਖਦੇ ਹਾਂ। ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਇਹ ਅਸੀਂ ਬੰਦਾ ਬਣਦੇ ਹਾਂ ਤਾਂ ਸਾਨੂੰ ਉਹ ਵਾਲੀ ਗੱਲ ਸਮਝ ਆਉਂਦੀ ਹੈ ਕਿ ਗੁਰੂ ਅੱਗੇ ਸਮਰਪਣ ਕਿਵੇਂ ਕਰੀਦਾ ਹੈ, ਗੁਰੂ ਅੱਗੇ ਆਪਣਾ ਸਿਰ ਤਲੀ 'ਤੇ ਰੱਖ ਕੇ ਕਿਵੇਂ ਜਾਈਦਾ ਹੈ। ਆਪਣੇ ਥਾਟ ਪ੍ਰੋਸੈਸ, ਆਪਣੇ ਮਨ ਦੀ ਸੋਚਣੀ ਨੂੰ ਤਲੀ 'ਤੇ ਰੱਖ ਕੇ ਜਾਣਾ ਮੀਨਸ ਮੈਂ ਰੱਖਣ ਨੂੰ ਤਿਆਰ ਹਾਂ, ਤੁਸੀਂ ਮੇਰੇ ਭਾਂਡੇ ਵਿੱਚ ਆਪਣੀ ਵਸਤ ਪਾਓ। ਮੈਂ ਭਾਂਡਾ ਲੈ ਕੇ ਆਇਆ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੇ ਕੋ ਜਾਵੋ। ਮੈਂ ਤੁਹਾਡੇ ਕੋਲ ਆਇਆ, ਮੈਂ ਆਪਣਾ ਮਨ ਦਾ ਭਾਂਡਾ ਸਾਫ਼ ਕਰਕੇ, ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ, मैले अच्छे का विचार आप वर्ताए सी।
ਮੇਰੇ ਭਾਂਡੇ 'ਚ ਪਾਓ ਮੈਲੇ ਅੱਛੇ ਕਾ ਵਿਚਾਰ। ਮੈਨੂੰ ਮੈਲਾ ਚੰਗਾ ਮੰਦਾ ਕੀ ਹੁੰਦਾ ਹੈ ਇਹਦੇ ਬਾਰੇ ਪੂਰੀ ਸੂਝ ਦਿਓ। ਰਾਈਟ ਔਰ ਰੋਂਗ ਕੀ ਹੁੰਦਾ ਦੀ ਸੂਝ ਦਿਓ। ਇਸ ਸੂਝ ਨੂੰ ਗੁਰਮਤਿ 'ਚ ਡਿਵਾਈਨ ਇੰਟੈਲੈਕਟ ਕਹਿੰਦੇ ਨੇ। ਇਸ ਸੂਝ ਨੂੰ ਗੁਰਬਾਣੀ ਵਿੱਚ ਵਿਵੇਕ ਬੁੱਧੀ ਕਹਿੰਦੇ ਹਨ। ਦੀਜੈ ਬੁੱਧ ਵਿਵੇਕਾਂ, ਹਾਰ ਪੜ੍ਹਿਓ ਸੁਆਮੀ ਕੇ ਦੁਆਰਾ, ਦੀਜੈ ਬੁੱਧ ਵਿਵੇਕਾਂ। ਮੈਨੂੰ ਵਿਵੇਕ ਬੁੱਧੀ ਦਿਓ, ਮੈਂ ਐਨਾਲਾਈਜ਼ ਕਰ ਸਕਾਂ ਵਟ ਇਜ਼ ਰਾਈਟ ਵਟ ਇਜ਼ ਰੋਂਗ। ਪਰ ਸਿਰਫ ਇਤਨਾ ਹੀ ਐਨਾਲਾਈਜ਼ ਨਾ ਕਰਾਂ ਗਿਆਨ ਦੇ ਚੱਕਰ ਵਿੱਚ, ਨੌਲੇਜ ਇਕੱਠੀ ਕਰਨ ਵਾਸਤੇ, ਦਿਸ ਇਜ਼ ਰਾਈਟ ਦਿਸ ਇਜ਼ ਰੋਂਗ, ਇੰਨਾ ਹੀ ਨਹੀਂ। ਮੈਨੂੰ ਇੰਨੀ ਵੀ ਅਕਲ ਦਿਓ ਕਿ ਮੈਨੂੰ ਵਿਵੇਕ ਬੁੱਧੀ ਕੰਪਲੀਟ ਪੈਕੇਜ ਵਿੱਚ ਰਾਈਟ ਔਰ ਰੋਂਗ ਦਾ ਐਨਾਲਿਸਿਸ ਕਰਨਾ ਆ ਸਕੇ, ਅਤੇ ਫਿਰ ਰੋਂਗ ਛੱਡਣਾ ਆ ਸਕੇ, ਅਤੇ ਰਾਈਟ ਦੀ ਪ੍ਰੈਕਟਿਸ ਕਰਨੀ ਆ ਸਕੇ। ਇਤਨੀ ਕੰਪਲੀਟ ਪੈਕੇਜ ਦੀ ਅਕਲ ਨੂੰ ਵਿਵੇਕ ਬੁੱਧੀ ਕਹਿੰਦੇ ਨੇ। ਮੈਂ ਤੁਹਾਡਾ ਬੰਦਾ ਬਣਨਾ ਚਾਹੁੰਦਾ, ਤੁਸੀਂ ਮੈਨੂੰ ਸੁਮਤ ਬਖਸ਼ੋ। ਗੁਰੂ ਪਾਤਸ਼ਾਹ ਸੁਮਤ ਬਖਸ਼ਣਗੇ ਚੰਗੇ ਗੁਣਾਂ ਦੀ, ਪਰ ਕਿਹਨੂੰ ਬਖਸ਼ਣਗੇ? ਮੈਂ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਇੱਕ ਪੰਕਤੀ ਸਾਂਝ ਕਰ ਰਿਹਾ, ਇੱਕ ਇੱਕ ਟਰਮ ਸਾਂਝ ਕਰ ਰਿਹਾ। ਜਦੋਂ ਮੈਂ ਬੰਦਾ ਬਣਿਆ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵਿਸਾਖੀ ਦਾ ਸਾਰਾ ਸੀਨ ਸੁਣਦੇ ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਅਸੀਂ 9 ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ 'ਚੋਂ ਬਾਣੀ ਪੜ੍ਹਦੇ ਹਾਂ। ਉਹਦੇ ਵਿਚਕਾਰ ਜਦੋਂ ਆਉਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਤਾਂ ਪ੍ਰੇਮ ਦੀ ਗੱਲ ਚੱਲ ਰਹੀ ਹੈ। ਜੇ ਮੈਂ ਆਪਣੀ ਮੱਤ ਰੱਖਦਾ ਹਾਂ, ਇਹਨੂੰ ਪ੍ਰੇਮ ਕਹਿੰਦੇ ਨੇ। ਜੇ ਪਤਨੀ ਪਤੀ ਨੂੰ ਕਹਿੰਦੀ ਹੈ ਆਈ ਲਵ ਯੂ, ਤਾਂ ਉਹਦਾ ਲਵ ਯੂ ਦਾ ਮਤਲਬ ਪਤਾ ਕੀ ਹੁੰਦਾ ਹੈ? ਦੇਖੋ ਮੈਂ ਤੁਹਾਨੂੰ ਹੁਣ ਪਿਆਰ ਕਰਦੀ ਹਾਂ, ਹੁਣ ਮੇਰੀਆਂ ਗੱਲਾਂ ਸੁਣੋ, ਹੁਣ ਮੇਰੀਆਂ ਸ਼ਿਕਾਇਤਾਂ ਸੁਣੋ। ਮੀਨਸ ਤੁਸੀਂ ਹੁਣ ਚੇਂਜ ਹੋਵੋ, ਆਈ ਲਵ ਯੂ ਬਟ ਚੇਂਜ ਹੋਵੋ। ਇੰਝ ਪਤੀ ਵੀ ਕਹਿੰਦਾ ਪਤਨੀ ਨੂੰ। ਸਾਡਾ ਲਵ ਯੂ ਕਹਿਣ ਦਾ ਮਤਲਬ ਹੁੰਦਾ ਹੈ ਯੂ ਮਸਟ ਵਾਕ, ਯੂ ਮਸਟ ਟਾਕ, ਯੂ ਮਸਟ ਬਿਹੇਵ ਅਕੋਰਡਿੰਗ ਟੂ ਮੀ। ਗੁਰਮਤਿ ਕਹਿੰਦੀ ਹੈ ਪ੍ਰੇਮ ਦੀ ਨਿਸ਼ਾਨੀ ਹੈ ਮੈਂ ਤੁਹਾਡੇ ਅੱਗੇ ਆ ਕੇ ਸਰੈਂਡਰ ਕੀਤਾ, ਮੇਰੀ ਪ੍ਰੇਮ ਦੀ ਨਿਸ਼ਾਨੀ ਹੈ ਆਈ ਲਵ ਯੂ ਐਜ਼ ਇਜ਼। ਬੰਦੇ ਬੰਦਗੀ ਇਖਤਿਆਰ ਸਾਹਿਬ ਰੋਜ਼ ਧਰੋ ਕੇ ਪਿਆਰ। ਮੈਨੂੰ ਨਹੀਂ ਤੁਹਾਡੇ ਨਾਲ ਕੁਛ ਵੀ ਲੈਣਾ ਦੇਣਾ, ਮੈਂ ਤਾਂ ਸਿੰਪਲੀ ਆਪਣੀ ਮੱਤ ਰੱਖਣ ਆਇਆ। ਤੁਸੀਂ ਮੈਨੂੰ ਮੱਤ ਬਖਸ਼ੋ, ਮੈਂ ਗੁਲਾਮ ਹਾਂ ਤੁਹਾਡਾ। ਇਹਨੂੰ ਪ੍ਰੇਮ ਕਹਿੰਦੇ ਨੇ। ਜਦੋਂ ਬੰਦਾ ਬਣਦੇ ਹਾਂ ਤਾਂ ਗੁਰਮਤਿ ਦਾ ਕੰਮ ਸ਼ੁਰੂ ਹੁੰਦਾ ਹੈ ਕਿ ਭਾਂਡੇ ਵਿੱਚ ਉਹ ਵਸਤ ਪੈਣੀ ਸ਼ੁਰੂ ਹੋ ਜਾਂਦੀ ਹੈ ਜੋ ਕਿਸੇ ਸਟੋਰ ਤੋਂ, ਕਿਸੇ ਬਾਜ਼ਾਰ ਤੋਂ, ਕਿਸੇ ਮਨੁੱਖ ਤੋਂ, ਕਿਸੇ ਮਿਡਲਮੈਨ ਤੋਂ, ਕਿਸੇ ਦੇਹਧਾਰੀ ਗੁਰੂ ਤੋਂ ਨਹੀਂ ਮਿਲਦੀ, ਪੈਸਿਆਂ ਨਾਲ ਨਹੀਂ ਮਿਲਦੀ। ਕੰਚਨ ਸੋ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇਸ ਤਰ੍ਹਾਂ ਮਿਲਦੀ ਹੈ। ਮੈਂ ਬੰਦਾ ਬਣਿਆ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਸਭ ਕੁਛ ਜਦੋਂ ਸੌਂਪ ਦਿੱਤਾ, ਉਹਨੂੰ ਗੁਰਬਾਣੀ ਵਿੱਚ ਪਤਾ ਕੀ ਕਹਿੰਦੇ ਨੇ? ਸਭ ਕੁਛ ਦੀ ਮੈਂ ਗੱਲ ਕਰ ਚੁੱਕਾ ਹਾਂ। ਸਭ ਕੁਛ ਦਾ ਮਤਲਬ ਉਹ ਵਾਲੀ ਸੁਮਤ ਜਿਹਦੇ ਨਾਲ ਸੰਤੋਖ ਆਉਂਦਾ ਹੈ, ਉਹ ਵਾਲੀ ਸੁਮਤ ਜਿਹਦੇ ਨਾਲ ਨਮਰਤਾ ਆਉਂਦੀ ਹੈ, ਉਹ ਵਾਲੀ ਸੁਮਤ ਜਿਹਦੇ ਨਾਲ ਟੋਲਰੈਂਸ ਆਉਂਦੀ ਹੈ, ਉਹ ਵਾਲੀ ਸੁਮਤ ਜਿਹਦੇ ਨਾਲ ਪੇਸ਼ੈਂਸ ਔਰ ਸਬਰ ਆਉਂਦਾ ਹੈ। ਇਹ ਮੈਨੂੰ ਕਿੱਧਰੋਂ ਨਹੀਂ ਮਿਲਦਾ। ਤੁਧ ਸਭ ਕੁਛ ਮੈਨੂੰ ਸੌਂਪਿਆ, ਮੇਰੇ ਮਨ ਨੂੰ ਇਹ ਵਾਲੀ ਅਕਲ ਦੇ ਦਿੱਤੀ, ਖਜ਼ਾਨਾ ਦੇ ਦਿੱਤਾ, ਮੈਨੂੰ ਪਾਤਸ਼ਾਹ ਬਣਾ ਦਿੱਤਾ। ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਬਣਾ ਦਿੱਤਾ। ਮਨ ਸੋ ਦਰ ਕਿਆ ਸੋ ਕਰ ਕਿਆ, ਜਿਤ ਬੈ ਸਰਬ ਸੰਭਾਲੇ। ਮਨ ਚੰਗੇ ਗੁਣ ਸੰਭਾਲ ਕੇ ਰੱਖਦਾ ਹੈ। ਲਖਮੀ ਤੋਟ ਨਾ ਆਵੇ, ਇੱਥੇ ਲਖਮੀ ਦਾ ਅਰਥ ਪਤਾ ਕੀ ਹੈ? ਚੰਗੇ ਗੁਣਾਂ ਦਾ ਖਜ਼ਾਨਾ। ਲੋਕੀ ਲਖਮੀ ਸਮਝਦੇ ਨੇ ਦੁਨਿਆਵੀ ਪਦਾਰਥ, ਦੁਨਿਆਵੀ ਮਾਇਆ। ਜੋ ਮੈਨੂੰ ਔਗੁਣਾਂ ਤੋਂ ਪਾਰ ਕਰਨ ਦੀ ਅਕਲ ਦਿੰਦੀ ਹੈ, ਉਸ ਮਤ ਨੂੰ ਪਾਰਬਤੀ ਮਾਈ, ਸੁਹਾਗਵਤੀ, ਪਾਰਬਤੀ। ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਰਨ ਦੀ ਕਹਿੰਦੇ ਨੇ। ਗੁਰ ਈਸ਼ਰ, ਗੁਰੂ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਰਨ ਵਾਲੀ ਅਕਲ ਨੂੰ ਪਾਰਬਤੀ ਮਾਈ, ਸੁਹਾਗਵਤੀ, ਚੰਗੇ ਗੁਣਾਂ ਨਾਲ ਵਿਆਹੀ ਹੋਈ ਮੱਤ ਦਿੰਦੇ ਹਨ।
ਲਖਮੀ ਤੋਟ ਨਾ ਆਵੀ। ਲਖਮੀ ਦਾ ਮਤਲਬ ਹੈ ਚੰਗੇ ਗੁਣ। ਚੰਗੇ ਗੁਣਾਂ ਨੂੰ ਆਈਡੀਅਲਸ ਕਹਿੰਦੇ ਨੇ। ਚੰਗੇ ਗੁਣਾਂ ਨੂੰ ਧਰਮ ਦੀ ਦਿੱਤੀ ਹੋਈ ਮੱਤ ਵਾਲੇ ਰੱਬੀ ਗੁਣ ਕਹਿੰਦੇ ਨੇ। ਉਹਨਾਂ ਦੀ ਤੋਟ ਨਹੀਂ ਆਂਦੀ। ਅਸੀਂ ਉਹਨੇ ਪੜ੍ਹਿਆ ਨਾ, ਖਾਵੋ ਖਰਚੋ ਤੋਟ ਨਾ ਆਵੈ, ਹਲਤ ਪਲਤ ਕੇ ਸੰਗੇ। ਹਰ ਵੇਲੇ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਹਰ ਵੇਲੇ ਹਲਤ ਪਲਤ ਕੇ ਸੰਗੇ। ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ। ਨਾਨਕ ਮੀਨਸ ਮੇਰੇ ਮਨ ਨੂੰ ਦਿੱਤਾ। ਜਦੋਂ ਮੇਰਾ ਮਨ ਅਦਵੈਤ ਹੋਇਆ, ਬੰਦਾ ਬਣਿਆ, ਲੱਖ ਖਜ਼ਾਨਾ ਗੁਰ ਨਾਨਕ ਕੋ ਦਿਆ। ਇਹ ਮਨ ਹਰ ਰੰਗ ਰੰਗੇ। ਜਦੋਂ ਉਹ ਲੈ ਲੈਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਖਾਵੇ ਖਰਚੇ ਰਲ ਮਿਲ ਪਾਈ। ਖਾਵੇ ਖਰਚੇ ਰਲ ਮਿਲ ਪਾਈ। ਤੋਟ ਨਾ ਆਵੇ ਵਧ ਦੋ ਜਾਈ। ਤੋਟ ਨਾ ਆਵੇ ਵਧ ਦੋ ਜਾਈ। ਹਮ ਧਨਵੰਤ ਭਗਤ ਸਚ ਨਾਏ। ਹਰ ਗੁਣ ਗਾਵੇ ਸਹਿਜ ਸੁਭਾਏ। ਹਰ ਗੁਣ ਗਾਵੇ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਪਿਆ ਨਿਦਾਨ। ਤਾਂ ਮੇਰੇ ਮਨ ਪਿਆ ਨਿਦਾਨ। ਹਮ ਧਨਵੰਤ ਭਗਤ ਸਚ ਨਾਏ। ਹਰ ਗੁਣ ਗਾਵੇ ਸਹਿਜ ਸੁਭਾਏ। ਹਰ ਗੁਣ ਗਾਵੇ ਸਹਿਜ ਸੁਭਾਏ। ਜਦੋਂ ਅਸੀਂ ਧਨਵੰਤ ਹੋ ਜਾਂਦੇ ਹਾਂ, ਦੁਨਿਆਵੀ ਤੌਰ 'ਤੇ ਰਿਚਨੈਸ ਦੀ ਗੱਲ ਨਹੀਂ ਚੱਲ ਰਹੀ। ਜਦੋਂ ਅਸੀਂ ਚੰਗੇ ਗੁਣਾਂ ਦੇ ਧਨਵੰਤ ਹੋ ਜਾਂਦੇ ਹਾਂ, ਸਾਡੇ ਅੰਦਰ ਸਬਰ, ਟੋਲਰੈਂਸ, ਪੇਸ਼ੈਂਸ ਆ ਜਾਂਦੀ ਹੈ। ਜੇ ਸਬਰ, ਟੋਲਰੈਂਸ, ਪੇਸ਼ੈਂਸ ਨਾ ਹੋਏ, ਅਸੀਂ ਆਪਣੀ ਬੇਇੱਜ਼ਤੀ ਨਹੀਂ ਸਹਾਰ ਸਕਦੇ। ਅਸੀਂ ਆਪਣਾ ਮਾਨ ਅਪਮਾਨ ਦੇ ਚੱਕਰਾਂ 'ਚ ਫਸ ਜਾਂਦੇ ਹਾਂ, ਉਸ ਨਿੰਦਾ ਦੇ ਚੱਕਰ 'ਚ ਫਸ ਜਾਂਦੇ ਹਾਂ। ਇੱਕ ਵਾਰੀ ਅਸੀਂ ਇੱਕ ਸਾਂਝ ਕੀਤੀ ਸੀ, ਮੇਰੇ ਵੀਰ ਨੇ ਕਿਰਪਾਲ ਸਿੰਘ ਜੀ, ਉਹਨਾਂ ਦੀ ਮਦਰ ਨੇ ਮੈਨੂੰ ਗੱਲ ਸੁਣਾਈ। ਕਹਿੰਦੇ ਮੈਂ ਔਰ ਮੇਰਾ ਪਤੀ ਅਸੀਂ ਸੈਰ ਕਰਕੇ ਆ ਰਹੇ ਸੀ ਔਰ ਸਾਹਮਣੇ ਤੋਂ ਬੜੇ ਸਾਰੇ ਸੂਅਰ ਆ ਗਏ। ਮੇਰੇ ਪਤੀ ਨੇ ਮੈਨੂੰ ਮਜ਼ਾਕ ਨਾਲ ਕਿਹਾ, ਦੇਖ ਤੇਰੇ ਭਰਾ ਆਏ ਨੇ। ਹੁਣ ਜਿਹਦੇ ਕੋਲ ਖਜ਼ਾਨਾ ਹੈ ਨਾ ਸਬਰ ਦਾ, ਜਿਹਦੇ ਕੋਲ ਖਜ਼ਾਨਾ ਹੈ ਨੈਗੇਟਿਵ ਨਾ ਸੋਚਣ ਦਾ, ਜਿਹਦੇ ਕੋਲ ਖਜ਼ਾਨਾ ਹੈ ਉਸਤਤ, ਨਿੰਦਾ, ਮਾਨ ਅਪਮਾਨ ਤੋਂ ਉੱਪਰ ਰਹਿਣ ਦਾ, ਉਹ ਤੇ ਬਚ ਜਾਏਗੀ ਤੇ ਵੇਲਾ ਸੰਭਾਲ ਲੇਗੀ। ਜਿਹਦੇ ਕੋਲ ਨਹੀਂ ਹੈ ਉਹ ਮਾਈਂਡ ਕਰੇਗੀ, ਲੈ ਮੈਨੂੰ ਸੂਰਾਂ ਦੀ ਭੈਣ ਕਹਿ ਦਿੱਤਾ, ਮੇਰੇ ਭਰਾਵਾਂ ਨੂੰ ਸੂਰ ਕਹਿ ਦਿੱਤਾ, ਤੁਹਾਡੀ ਹਿੰਮਤ ਕਿਵੇਂ ਹੋਈ? ਝਗੜਾ ਸ਼ੁਰੂ। ਘਰ ਅੰਦਰ ਕਲਯੁਗ ਹੋ ਗਿਆ। ਸੋ ਕਿਰਪਾਲ ਸਿੰਘ ਜੀ ਦੀ ਮਦਰ ਕਹਿੰਦੀ ਹੈ ਮੈਨੂੰ, ਜਦੋਂ ਮੇਰੇ ਪਤੀ ਨੇ ਮੈਨੂੰ ਕਿਹਾ ਦੇਖ ਤੇਰੇ ਭਰਾ ਆਏ ਨੇ, ਤਾਂ ਮੈਂ ਹੱਸਦਿਆਂ ਹੋਇਆ ਕਿਹਾ ਤੁਸੀਂ ਇਹਨਾਂ ਨੂੰ ਬਿਠਾਓ, ਆਖਿਰਕਾਰ ਤੁਹਾਡੇ ਸਾਲੇ ਹਨ, ਮੈਂ ਚਾਹ ਬਣਾਉਂਦੀ ਹਾਂ। ਮੌਕਾ ਟਲ ਗਿਆ।
ਪਰ ਜੇ ਅਸੀਂ ਬੇਇੱਜ਼ਤੀ ਮਹਿਸੂਸ ਕਰ ਲਈਏ, ਅਸੀਂ ਇੰਦੌਰ ਜਾਂਦੇ ਹਾਂ, ਉੱਥੇ ਸਾਡੇ ਵੀਰ ਮਨਮੋਹਨ ਸਿੰਘ ਜੀ, ਉਹਨਾਂ ਦੇ ਮਦਰ ਮੈਨੂੰ ਸੁਣਾਉਂਦੇ ਨੇ, ਸਾਧ ਸੰਗਤ ਜੀ ਅਸੀਂ ਤਾਂ ਜਿੱਥੇ ਜਾਂਦੇ ਹਾਂ ਉਹਨਾਂ ਕੋਲ ਸਿੱਖਦੇ ਹਾਂ, ਸਭ ਜਗ੍ਹਾ ਤੋਂ ਸਿੱਖਦੇ ਹਾਂ। ਕਹਿੰਦੇ ਮੇਰੀ ਔਰ ਮੇਰੇ ਪਤੀ ਦੀ ਲੜਾਈ ਹੁੰਦੀ ਸੀ, ਛੇਤੀ ਮੁੱਕ ਜਾਂਦੀ ਸੀ। ਮੈਂ ਕਿਹਾ ਕਿਉਂ, ਕੀ ਹੋਇਆ? ਕਹਿੰਦੇ ਉਹ ਖਿੜਿਆ, ਮੈਂ ਹੱਸ ਪਈ, ਸਾਡੀ ਉਜੜੀ ਦੁਨੀਆ ਵਸ ਪਈ। ਕਿਤਨੀ ਜਲਦੀ, ਕਿਤਨੀ ਸਿਆਣਪ ਹੈ। ਇਹ ਕੀ ਹੈ ਸਿਆਣਪ? ਇਹ ਰੱਬੀ ਗੁਣ ਹੈ, ਇਹ ਧਨ ਸੰਪਦਾ ਹੈ, ਇਹ ਧਰਮ ਦੀ ਹੈ, ਇਹ ਗੁਰ ਤੇ ਮਹਿਲ ਪ੍ਰਾਪਤੇ ਦੀ ਹੈ। ਜੋ ਮਹਿਲ ਅੰਦਰ ਵੜ ਜਾਂਦੇ ਨੇ ਉਹਨਾਂ ਨੂੰ ਇਹ ਵਾਲੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ। ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਬਾਹਰਲੀਆਂ ਨਹੀਂ ਹਨ। ਗੁਰੂ ਪਾਤਸ਼ਾਹ ਕਹਿੰਦੇ ਲਖਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ। ਮੈਂ ਚੰਗੇ ਗੁਣ ਜਿਤਨਾ ਲੋਕਾਂ ਨਾਲ ਵਰਤਦਾ, ਆਪਣੇ ਮਨ ਨਾਲ ਵਰਤਦਾ, ਇਹਦੀ ਤੋਟ ਨਹੀਂ ਆਉਂਦੀ। ਵਰਨਾ ਪੈਸੇ ਵਾਲੇ ਰੱਜੇ ਪੁੱਜੇ ਹੋ ਕੇ ਵੀ ਉਹਨਾਂ ਦੀ ਭੁੱਖਿਆਂ ਭੁੱਖ ਨਾ ਉਤਰੀ ਹੁੰਦੀ ਹੈ, ਉਹ ਵੰਡ ਨਹੀਂ ਛਕ ਸਕਦੇ ਨੇ। ਜਦੋਂ ਅਸੀਂ ਵੰਡ ਨਹੀਂ ਛਕ ਸਕਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਨਹੀਂ ਘੱਟ ਹੋ ਜਾਣਗੇ, ਨਹੀਂ ਖਤਮ ਹੋ ਜਾਣਗੇ, ਨਹੀਂ ਆਪਣੇ ਵਾਸਤੇ ਰੱਖਣੇ ਚਾਹੀਦੇ ਨੇ, ਫਲਾਣੇ ਕੋਲ ਬੜੇ ਨੇ। ਅਸੀਂ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਹਾਂ। ਇਸੀ ਕਰਕੇ ਅਸੀਂ ਦਸਵੰਧ ਤੇ ਬਹੁਤ ਦੂਰ ਦੀ ਗੱਲ ਹੈ, ਅਸੀਂ ਇੱਕ ਵੰਦ ਵੀ ਨਹੀਂ ਕੱਢਦੇ ਹਾਂ। ਲਖਮੀ ਤੋਟ ਨਾ ਆਵੀ, ਲਖਮੀ ਦਾ ਮਤਲਬ ਹੈ ਚੰਗੇ ਗੁਣਾਂ ਦੇ ਖਜ਼ਾਨੇ ਦੀ ਤੋਟ ਨਹੀਂ ਆਉਂਦੀ। ਲਖਮੀ ਤੋਟ ਨਾ ਆਵੀ, ਖਾਏ ਖਰਚ ਰਹੰਦਾ। ਲੱਖ 84 ਮੇਦਨੀ। ਲੱਖ 84 ਕੀ ਹੁੰਦਾ ਸਾਧ ਸੰਗਤ ਜੀ? ਮੇਰੇ ਅੰਦਰ ਅਨੇਕਾਂ ਜੀਆਂ ਜਨਤਾਂ ਦੇ ਮਨ ਦੇ ਸੁਭਾਅ ਹਨ, ਮੈਂ ਚਾਰੋਂ ਪਾਸੋਂ ਲੈ ਲੈਂਦਾ ਹਾਂ। ਕੁੱਤੇ ਦੇ, ਬਿੱਲੀ ਦੇ, ਸੱਪ ਦੇ, ਗਿਰਗਿਟ ਦੇ ਵਾਂਗੂ ਰੰਗ ਬਦਲਣ ਵਾਲੇ, ਬਗਲਾ ਭਗਤੀ ਵਾਲੇ, ਦੋ ਮੂੰਹਾ ਸੱਪ ਵਾਲੇ, ਹਾਥੀ ਵਾਲੇ, ਇਸ ਤਰੀਕੇ ਦੇ ਨਾਲ ਅਨੇਕਾਂ ਮੈਂ ਇਹ ਮੇਰੀ ਨਾ ਜਿਹੜੀ ਸ੍ਰਿਸ਼ਟੀ ਮੇਦਨੀ ਧਰਤੀ ਮੈਂ ਬਣਾਈ ਨਾ, ਲੱਖ 84 ਮੇਦਨੀ ਸਭ ਕੁਝ ਸੇਵ ਕਰਿੰਦਾ। ਮੇਰੇ ਅੰਦਰ ਇਹ ਸਾਰੇ ਜੀਆਂ ਜਨਤਾਂ ਵਾਲੇ ਜਿਹੜੇ ਅਵਗੁਣ ਆਏ ਹੋਏ ਨੇ ਨਾ, ਜਿਹੜੇ ਮੈਂ ਚਾਰੋਂ ਪਾਸੋਂ ਲੈਂਦਾ ਹਾਂ, ਉਹ ਵਾਲੇ ਅਵਗੁਣ ਹੁਣ ਮੇਰਿਆ ਸੇਵਾ ਕਰਦੇ ਨੇ। ਅਵਗੁਣ ਧਰਮੀ ਬਣ ਗਏ ਨੇ, ਟਰਾਂਸਫਾਰਮ ਹੋ ਗਏ ਨੇ, ਐਲੀਵੇਟ ਹੋ ਗਏ ਨੇ। ਮੇਰਾ ਕੁੱਤਾ ਭੌਂਕਦਾ ਸੀ, ਹੁਣ ਵਫਾਦਾਰ ਹੋ ਗਿਆ। ਤੁਸੀਂ ਦੇਖਿਆ, ਅਸੀਂ ਕਿਸੇ ਦੇ ਘਰ ਜਾਂਦੇ ਹਾਂ, ਉਹਨਾਂ ਦੇ ਘਰ 'ਚ ਕੁੱਤਾ ਹੈ, ਕੁੱਤਾ ਸਾਨੂੰ ਓਪਰਾ ਸਮਝਦਾ ਹੈ, ਕੁੱਤਾ ਸਾਨੂੰ ਭੌਂਕਦਾ ਹੈ। ਭੌਂਕਦਾ ਕਿ ਨਹੀਂ ਭੌਂਕਦਾ? ਕੁੱਤਾ ਆਪਣਾ ਕੁਦਰਤ ਵੱਲੋਂ ਦਿੱਤਾ ਹੋਇਆ ਨਿਯਮ ਵਰਤ ਰਿਹਾ। ਕੁੱਤੇ ਦਾ ਕੰਮ ਹੈ ਮੇਰੇ ਮਾਲਿਕ ਨੂੰ ਨੁਕਸਾਨ ਨਾ ਪਹੁੰਚਾ ਦੇਣ, ਉਹ ਮਾਲਿਕ ਦਾ ਵਫਾਦਾਰ ਹੈ, ਕੁੱਤਾ ਭੌਂਕਦਾ ਹੈ। ਲੇਕਿਨ ਕੁੱਤਾ ਭੌਂਕਦਾ ਭੌਂਕਦਾ ਇੱਕਦਮ ਚੁੱਪ ਕਰ ਜਾਂਦਾ, ਪੂੰਛ ਹਿਲਾਣੀ ਸ਼ੁਰੂ ਕਰ ਦਿੰਦਾ। ਕਦੋਂ? ਜਦੋਂ ਉਹਨੂੰ ਮਾਲਿਕ ਕਹਿੰਦਾ ਨਹੀਂ ਨਹੀਂ टॉमी मत भोको, नहीं, नो नो नो, ये अपने हैं, कोई ओपरा नहीं है, ना को बैरी नहीं बिगाड़ना, ये अपने हैं, मत भोंको। कुत्ता भौंकना छोड़ देंदा। कुत्ता की होया उस पल उस गल वालों ट्रांसफॉर्म हो गया। ਮੇਰੇ ਅੰਦਰ ਇਸ ਤਰੀਕੇ ਦੇ ਨਾਲ ਜਿਤਨੇ ਵੀ ਅਵਗੁਣੀ ਸੁਭਾਅ ਸਨ ਦੂਸਰੇ ਜੀਆਂ ਜਨਤਾ ਦੇ, ਲੱਖ 84 ਮੇਦਨੀ। ਮੇਦਨੀ ਹੁੰਦਾ ਮੇਰੇ ਮਨ ਦੀ ਸ੍ਰਿਸ਼ਟੀ ਧਰਤੀ ਸਭ ਸੇਵ ਕਰਨ ਦਾ, ਉਹ ਸਾਰੇ ਅੰਦਰ ਦੇ ਸੇਵ ਕਰਨ ਲੱਗ ਪਏ। ਇਹ ਬਣਦੇ ਕਿਸ ਤਰ੍ਹਾਂ ਨੇ? ਅਸੀਂ ਜਪਜੀ ਸਾਹਿਬ ਵਿੱਚ ਪੜ੍ਹਿਆ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ। ਮੇਰੇ ਅੰਦਰ ਦੇ ਜਿਤਨੇ ਜੀ ਜਨਤਾ ਨਾ ਉਹ ਰੱਬ ਜੀ ਦੇ ਹੁਕਮ ਰਜ਼ਾ ਨਿਯਮ ਅਨੁਸਾਰ ਜੇ ਚੱਲਣ ਲੱਗ ਪੈਣ, ਮੇਰੇ ਅੰਦਰ ਵਾਲੇ ਬਾਡੀ ਸ੍ਰਿਸ਼ਟੀ ਵਾਲਿਆਂ ਦੀ ਨਹੀਂ ਗੱਲ ਚੱਲ ਰਹੀ, ਜੇ ਉਹ ਚੱਲਣ ਲੱਗ ਪੈਣ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਸਾਰੇ ਸਿੱਧੇ ਹੋ ਜਾਂਦੇ ਹਨ, ਸਾਰੇ ਟਰਾਂਸਫਾਰਮ ਹੋ ਜਾਂਦੇ ਹਨ। ਇਹ ਵੈਰੀ ਮਿੱਤਰ ਸਭ ਕੀਤੇ ਆ। ਮੇਰੇ ਅੰਦਰ ਜਿਤਨੇ ਅਵਗੁਣ ਸਨ, ਵੈਰੀ ਸਨ, ਮੰਦੇ ਖਿਆਲ ਸਨ, ਵੈਰੀ ਸਨ, ਉਹ ਸਾਰੇ ਮਿੱਤਰ ਹੋ ਜਾਂਦੇ ਨੇ। ਮੇਰਾ ਕ੍ਰੋਧ ਟਰਾਂਸਫਾਰਮ ਹੋ ਜਾਂਦਾ ਹੈ, ਮੇਰੀ ਨਫ਼ਰਤ ਪਿਆਰ 'ਚ ਬਦਲ ਜਾਂਦੀ ਹੈ, ਮੇਰਾ ਹੰਕਾਰ ਮੇਰਾ ਵੀਰ ਰਾਸੀ 'ਚ ਮੇਰੇ
सच वास्ते मैनू कम आंदा हो मैं दीर्घ रोग है दारू भी समाए मेरा सारा कुछ बदल जाता है। ये वैरी मित्र सब कीतियां न मंगै मंदा मेरा मंदा नहीं लोचते हैं। साध संगत जी साडे वास्ते मंदा कोई लोचे या ना लोचे असी अपने वास्ते मंदा आप सोचते हाँ अपना मंदा आप करते हाँ ਆਪਣੇ ਮੰਦੇ ਖਿਆਲਾਂ ਨਾਲ। ਜਦੋਂ ਸਾਡੇ ਘਰਾਂ ਵਿੱਚ ਮੇਰਾ ਪਤੀ ਜਦੋਂ ਉੱਚਾ ਬੋਲ ਰਿਹਾ ਹੋਵੇ ਜਾਂ ਪਤਨੀ ਉੱਚਾ ਬੋਲ ਰਹੀ ਹੋਵੇ ਅਸੀਂ ਪਤਨੀ ਨੂੰ ਕਹੀ ਨਾ ਉੱਚਾ ਨਾ ਬੋਲ ਤਾਂ ਉਹ ਪਤਾ ਕੋ ਕੀ ਕਹਿੰਦੀ ਹੈ ਅੱਛਾ ਫਿਰ ਮੈਂ ਬੋਲਦੀ ਨਹੀਂ ਜਾਓ ਚੁੱਪ ਹੀ ਰਹਿੰਦੀ ਹੈ। ਉਹਨੂੰ ਕਹਿੰਦੇ ਨੇ ਜਾਂ ਰੱਜ ਖਾਈਏ ਜਾਂ ਮੂੰਹ ਕੱਜ ਸੋਈਏ। नहीं इंज नहीं सिर्फ क्या है उच्चा ना बोल पर वो समझ नहीं रही। पति नूं क्या उच्चा ना बोलो तो दिमाग की नस फट जाएगी समझ नहीं रहा। अपना मंदा आप असी लोचते हाँ उहदी प्रैक्टिस करते रहते हाँ सानू कोई दूजा हैल्प नहीं कर पाता है। मेरे जिहड़े अंदर दे सारे नैगेटिव सी ਉਹ ਮੇਰੇ ਮਿੱਤਰ ਬਣ ਗਏ ਹਨ। ਕਦੋਂ ਅਸੀਂ ਪਹਿਲੀ ਵਾਲੀ ਗੱਲ ਲੈ ਕੇ ਰੱਖਾਂਗੇ ਜਦੋਂ ਮੈਂ ਤੁਹਾਡਾ ਬੰਦਾ ਬਣਿਆ ਜਦੋਂ ਮੈਂ ਆਪਣੀ ਅਕਲ ਦਾ ਥਾਟ ਪ੍ਰੋਸੈਸ ਆ ਕੇ ਰੱਖਿਆ ਸਿਰ ਤਲੀ 'ਤੇ ਰੱਖ ਕੇ ਆਇਆ ਪ੍ਰੇਮ ਖੇਲਣ ਦਾ ਚਾਅ ਪੈਦਾ ਹੋਇਆ। ਪ੍ਰੇਮ ਦੀ ਨਿਸ਼ਾਨੀ ਮੈਂ ਤੁਹਾਡੇ ਮੁਤਾਬਕ ਚੱਲਣਾ ਚਾਹੁੰਦਾ ਹਾਂ ਤੁਹਾਡੇ ਮੁਤਾਬਕ ਚੱਲਣਾ ਚਾਹੁੰਦੀ ਹਾਂ ਤੁਸੀਂ ਜੋ ਕਹੋ ਉਹਨੂੰ ਕੰਨ ਦੇ ਕੇ ਸੁਣਨ ਵਾਸਤੇ ਤਿਆਰ ਹਾਂ। ਮਿੱਤਰ ਪਿਆਰੇ ਦੀ ਗੱਲ ਕੰਨ ਦੇ ਕੇ ਸੁਣਨਾ ਮੀਨਸ ਜੋ ਤੁਸੀਂ ਕਿਹਾ ਮੈਂ ਉਹਨੂੰ ਫੋਲੋ ਕਰਨ ਨੂੰ ਤਿਆਰ ਹਾਂ ਇਹਨੂੰ ਕੰਨ ਦੇ ਕੇ ਸੁਣਨਾ ਕਹਿੰਦੇ ਨੇ। ਜੋ ਕਿਹਾ ਉਹਨੂੰ ਫੋਲੋ ਕਰਨ ਅਨਕੰਡੀਸ਼ਨਲ ਫੋਲੋ ਕਰਨ ਨੂੰ ਤਿਆਰ ਹਾਂ ਇਹਨੂੰ ਕੰਨ ਦੇ ਕੇ ਸੁਣਨਾ ਕਹਿੰਦੇ। ਨਹੀਂ ਕੰਡੀਸ਼ਨ ਜੇ ਲਗਾ ਦਿੱਤੀ ਤਾਂ ਕੰਨ ਦੇ ਕੇ ਨਹੀਂ ਸੁਣ ਰਹੇ ਆਪਣੀ ਚਤਰਾਈ ਨਾਲ ਸੁਣ ਰਹੇ ਹਾਂ। ਸੋ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ। ਅੱਗੇ ਕਹਿੰਦੇ ਨੇ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਹਰ ਬਖਸ਼ੰਦਾ ਦਾ ਮਤਲਬ ਹੈ ਜਦੋਂ ਤੁਸੀਂ ਸੁਮਤ ਬਖਸ਼ਦੇ ਹੋ ਤਾਂ ਮੈਨੂੰ ਕੋਈ ਅਵਗੁਣ ਕੋਈ ਜਮ ਕੋਈ ਭੈੜੀ ਮਤ ਲੇਖਾ ਨਹੀਂ ਪੁੱਛਦੀ ਹੈ। ਲੇਖਾ ਕੋਈ ਨਾ ਪੁੱਛੇ। ਸਾਧ ਸੰਗਤ ਜੀ ਸਾਨੂੰ ਲੇਖਾ ਹੋਰ ਕੌਣ ਪੁੱਛਦਾ? ਜੇ ਅਸੀਂ ਧਰਮੀ ਲੈਂਗੁਏਜ ਵਿੱਚ ਗੱਲ ਕਰਾਂਗੇ ਸਾਨੂੰ ਧਰਮ ਰਾਜ ਲੇਖਾ ਪੁੱਛਦਾ ਹੈ। ਪਰ ਗੁਰਮਤ ਦਾ ਧਰਮ ਰਾਜ ਕੋਈ ਮਰਨ ਤੋਂ ਬਾਅਦ ਅਸਮਾਨ 'ਤੇ ਨਹੀਂ ਬੈਠਾ ਹੋਇਆ। ਗੁਰਮਤ ਲਫ਼ਜ਼ ਵਰਤਦੀ ਹੈ ਧਰਮ ਰਾਜ ਪਰ ਗੁਰਮਤ ਦਾ ਮਤਲਬ ਹੈ ਕਿ ਧਰਮ ਤੇਰੇ ਅੰਦਰ ਤਰਕੜੀ ਲਾ ਕੇ ਬੈਠਾ ਹੋਇਆ। ਉਹਨੂੰ ਕਹਿੰਦੇ ਨੇ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਤੇਰੇ ਅੰਦਰ ਬੈਠਾ ਤੇਰੇ ਅੰਦਰ ਧਰਮ ਦੀ ਤਰਕੜੀ ਲੱਗੀ ਹੋਈ ਹੈ। ਉਹ ਤੈਨੂੰ ਵਾਚ ਤੈਨੂੰ ਦੇਖ ਤੈਨੂੰ ਪਰਖ ਤੇਰੀ ਜਜਮੈਂਟ ਨਾਲ ਦੇ ਨਾਲ ਕਰ ਰਹੀ ਹੈ। ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਜਦੋਂ ਅਸੀਂ ਧਰਮ ਦੀ ਗੱਲ 'ਤੇ ਆਉਂਦੇ ਹਾਂ ਧਰਮ ਰਾਜ ਦੇਖ ਰਿਹਾ ਹੈ ਮੇਰੇ ਅੰਦਰ ਦਾ ਧਰਮ ਜਿਸ ਦਾ ਰਾਜ ਚੱਲਦਾ ਹੈ ਉਹ ਵੇਖ ਰਿਹਾ ਹੈ ਕਿ ਭੁਪਿੰਦਰ ਸਿੰਘ ਨੇ ਨੈਗੇਟਿਵ ਸੋਚਿਆ ਹੁਣ ਭੁਪਿੰਦਰ ਸਿੰਘ ਆਤਮਕ ਤੌਰ 'ਤੇ ਮਰ ਗਿਆ। ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਓ ਮੇਰਾ ਉਸੀ ਵੇਲੇ ਮਰ ਗਿਆ। ਇਹ ਧਰਮ ਰਾਜ ਦਾ ਲੇਖਾ ਹੋ ਗਿਆ ਨਾਲ ਦੇ ਨਾਲ। ਮਰਨ ਤੋਂ ਬਾਅਦ ਕੋਈ ਐਂਟੀਟੀ ਧਰਮ ਰਾਜ ਗੁਰਮਤ ਨਹੀਂ ਮੰਨਦੀ ਹੈ। ਜਿਹੜੇ ਭਾਈ ਸਾਹਿਬ ਜੀ ਨੂੰ ਅਸੀਂ ਕਹਿੰਦੇ ਹਾਂ ਸਾਡੇ ਘਰ ਦਾ ਪ੍ਰੋਗਰਾਮ ਹੈ ਤੁਸੀਂ ਅਰਦਾਸ ਕਰੋ ਅਸੀਂ ਭਾਈ ਸਾਹਿਬ ਜੀ ਦੇ ਹੱਥ 'ਚ ਪੈਸੇ ਰੱਖ ਦਿੰਦੇ ਹਾਂ ਜਾਂ ਤਾਂ ਭਾਈ ਸਾਹਿਬ ਜੀ ਨੂੰ ਪ੍ਰਬੰਧਕ ਕਹਿੰਦੇ ਨੇ ਜਾਂ ਭਾਈ ਸਾਹਿਬ ਜੀ ਨੂੰ ਰੋਂਗ ਪ੍ਰੈਕਟਿਸਿਸ ਹੋਈ ਹੁੰਦੀਆਂ ਨੇ ਲੋਕਾਂ ਦੇ ਕਹਿਣ 'ਤੇ ਤਾਂ ਉਹ ਕਹਿੰਦੇ ਨੇ ਫਲਾਣਾ ਮਰ ਗਿਆ ਇਹਨਾਂ ਨੂੰ ਮੁਕਤੀ ਬਖਸ਼ਣਾ ਇਹਨਾਂ ਨੂੰ ਸਵਰਗ ਵਿੱਚ ਲੈ ਜਾਣਾ ਇਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ। ਇਹ ਗੁਰਪੁਰੀ ਸਿਧਾਰ ਗਏ ਨੇ ਇਸ ਤਰੀਕੇ ਦੇ ਨਾਲ। ਕੋਈ ਮਰਨ ਤੋਂ ਬਾਅਦ ਉੱਪਰ ਗੁਰਪੁਰੀ ਨਹੀਂ ਹੈ। ਕਾਰਡਾਂ 'ਚ ਲਿਖਣਾ ਗੁਰਪੁਰੀ ਸਾਡੇ ਪਾਪਾ ਜੀ ਸੁਧਾਰ ਗਏ ਨੇ। ਗੁਰਪੁਰੀ ਕੋਈ ਜਗ੍ਹਾ ਨਹੀਂ ਹੁੰਦੀ ਹੈ। ਗੁਰਮਤ ਸਵਰਗ ਵੀ ਨਹੀਂ ਮੰਨਦੀ ਹੈ।
ਸਾਧ ਸੰਗਤ ਜੀ, ਗੁਰਮਤ ਸਵਰਗ ਨਹੀਂ ਮੰਨਦੀ ਤੇ ਗੁਰਮਤ ਨਰਕ ਵੀ ਨਹੀਂ ਮੰਨਦੀ। ਜੇ ਮਰਨ ਤੋਂ ਬਾਅਦ ਸਵਰਗ ਨਰਕ ਨਹੀਂ ਹੈ ਤੇ ਕਿਹੜਾ ਧਰਮਰਾਜ ਤੇ ਕਿਹੜਾ ਚਿੱਤਰਗੁਪਤ? ਜੀਂਦੇ ਜੀ ਅਵਗੁਣ ਮੇਰਾ ਲੇਖਾ ਜੋਖਾ ਕਰਦੇ ਪਏ ਨੇ। ਧਰਮ ਦੀ ਨਜ਼ਰ ਵਿੱਚ ਮੈਂ ਅਵਗੁਣਾਂ ਨਾਲ ਜੀ ਰਿਹਾ ਤਾਂ ਮੇਰਾ ਲੇਖਾ ਜੋਖਾ, ਮੈਂ ਆਤਮਕ ਪਲ ਪਲ ਮਰ ਰਿਹਾ, ਮੈਂ ਸਜ਼ਾ ਭੋਗ ਰਿਹਾ ਹਾਂ। ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ। ਜਦੋਂ ਸਤਿਗੁਰ ਦੀ ਮੱਤ ਮਿਲ ਜਾਂਦੀ ਹੈ ਤਾਂ ਅਵਗੁਣਾਂ ਨਾਲ ਨਹੀਂ ਜੀਂਦੇ ਆ। ਜੇ ਅਵਗੁਣਾਂ ਨਾਲ ਜੀਂਦੇ ਆ ਤਾਂ ਉਹਨੂੰ ਕਹਿੰਦੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਤੂੰ ਕੀ ਪੜ੍ਹਾਈ ਕੀਤੀ ਹੈ? ਫਿਰ ਵੀ ਅਵਗੁਣਾਂ ਦਾ ਲੇਖਾ ਤੈਨੂੰ ਪੈ ਗਿਆ, ਫਿਰ ਵੀ ਤੈਨੂੰ ਅਵਗੁਣ ਫੇਸ ਕਰਨੇ ਪੈ ਰਹੇ ਨੇ। ਨਹੀਂ ਨਹੀਂ ਨਹੀਂ, ਅਵਗੁਣ ਫੇਸ ਨਹੀਂ ਕਰਨੇ ਪੈ ਰਹੇ, ਤੂੰ ਅਵਗੁਣੀ ਸੁਭਾਅ ਨਾਲ ਜੀ ਰਿਹਾ ਹੈ, ਤੂੰ ਅਵਗੁਣੀ ਸੁਭਾਅ ਦੀ ਮੁਛੰਦਗੀ ਮੁਥਾਜੀ ਵਿੱਚ ਜੀਂਦਾ ਹੈ। ਤੂੰ ਉਹਨਾਂ ਨੂੰ ਟੇਕ ਲਗਾਈ ਹੋਈ ਹੈ। ਜ਼ਰਾ ਜੀ ਗੱਲ ਤੇਰੇ ਮੁਤਾਬਕ ਨਹੀਂ ਹੋਈ ਤੇ ਤੂੰ ਉਸ ਸੋਟੀ ਨੂੰ ਚੁੱਕ ਲੈਂਦਾ ਹੈ, ਉਹਦਾ ਮੁਥਾਜ ਹੋ ਜਾਂਦਾ ਹੈ। ਰੱਬ ਜੀ ਤੇਰੇ ਵੱਲ ਨੇ। ਯੂ ਆਰ ਬਾਉਂਡ ਟੂ ਥਿੰਕ ਓਨਲੀ ਪੋਜ਼ਿਟਿਵ। ਰੱਬ ਜੀ ਤੇਰੇ ਵੱਲ ਨਹੀਂ ਨੇ, ਯੂ ਆਰ ਬਾਉਂਡ ਟੂ ਥਿੰਕ ਓਨਲੀ ਨੈਗੇਟਿਵ। ਸੋ ਸਾਧ ਸੰਗਤ ਜੀ, ਲੇਖਾ ਕੋਈ ਨਾ ਪੁੱਛੇ, ਲੇਖਾ ਰਹਿੰਦਾ ਹੀ ਨਹੀਂ। ਕਾਗਜ਼ ਕਲਮ ਨਾ ਲਿਖਣ ਹਾਰ, ਰਿਹਾ ਹੀ ਨਹੀਂ। ਜਦੋਂ ਰਿਹਾ ਹੀ ਨਹੀਂ ਤਾਂ ਲੇਖਾ ਵੀ ਮੁੱਕ ਗਿਆ, ਨਾਲ ਦੇ ਨਾਲ ਲੇਖਾ ਮੁੱਕ ਗਿਆ। ਜਦੋਂ ਲੇਖਾ ਮੁੱਕ ਜਾਂਦਾ ਹੈ ਨਾ, ਜਦੋਂ ਸਤਿਗੁਰ ਦੀ ਮੱਤ ਮਿਲ ਜਾਂਦੀ ਹੈ ਨਾ, ਤਾਂ ਪਤਾ ਕੀ ਹੁੰਦਾ ਹੈ? ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸਮਾਲ, ਆਪਣਾ ਬਿਰਦ ਸਮਾਲ। हाथ दे राखे अपने को, हाथ दे राखे अपने को, सांस सांस प्रतिपाले, सांस सांस प्रतिपाले, सांस सांस प्रतिपाले। औखी कड़ी न देखण देई, अपना बिरद समाले, अपना बिरद समाले। ਔਖੀ ਘੜੀ ਨਾ ਦੇਖਣ ਦੇਈ ਉਚਾਰਨ ਨਹੀਂ ਕਰਾਂਗੇ। ਦੇਈ ਦਾ ਮਤਲਬ ਆਰਡਰ ਹੁੰਦਾ ਵੀ ਤੁਸੀਂ ਮੈਨੂੰ ਔਖੀ ਘੜੀ ਨਾ ਦੇਖਣ ਦੇਣਾ। ਮੈਂ ਰੁਮਾਲਾ ਚੜਾਇਆ, ਮੈਂ ਪੈਸੇ ਚੜਾਏ ਨੇ, ਮੈਂ ਫੁੱਲ ਚੜਾਇਆ, ਮੈਂ ਪਰਿਕਰਮਾ ਕੀਤੀ ਹੈ, ਮੈਂ ਸੇਵਾ ਕੀਤੀ ਹੈ, ਮੈਂ ਰੋਜ਼ ਆਉਂਦਾ ਵਾਂ, 40 ਦਿਨ ਆਉਂਦਾ ਵਾਂ, 101 ਅਖੰਡ ਪਾਠ ਰਖਾਏ ਨੇ। ਨਹੀਂ, ਇਹਨਾਂ ਗੱਲਾਂ ਦੀ ਗੱਲ ਨਹੀਂ ਚੱਲ ਰਹੀ। ਅਸੀਂ ਕਹਿੰਦੇ ਹਾਂ ਜਦੋਂ ਸਤਿਗੁਰ ਦੀ ਮੱਤ ਲੈ ਲਵੋ ਨਾ ਤਾਂ ਔਖੀ ਘੜੀ ਨਾ ਦੇਖਣ ਦੇਈ, ਦੇਖਣੇ ਨਹੀਂ ਦੇਤਾ ਹੈ। ਔਖੀ ਘੜੀ ਦਾ ਮਤਲਬ ਕੀ ਹੈ? ਮੰਦੇ ਖਿਆਲਾਂ ਨੂੰ ਫੇਸ ਕਰਨਾ। ਮੰਦੇ ਖਿਆਲਾਂ ਦੇ ਸੁਭਾਅ ਥੱਲੇ ਮੈਨੂਵਰ ਹੋ ਜਾਣਾ, ਜਮ ਬੁੱਧੀ ਦੇ ਨਾਲ ਡਰੈਗ ਹੋ ਜਾਣਾ। ਜਿਹੜਾ ਸਤਿਗੁਰ ਦੀ ਮੱਤ ਲੈ ਕੇ ਮੰਨ ਜਾਂਦਾ ਉਹਨੂੰ ਕਹਿੰਦੇ ਨੇ ਮੰਨੈ ਜਮ ਕੈ ਸਾਥ ਨਾ ਨਾ ਜਾਏ, ਮੰਨੈ ਜਮ ਕੇ ਸਾਥ ਨਾ ਜਾਏ। ਉਹਨੂੰ ਕਹਿੰਦੇ ਨੇ ਮੰਨੈ ਮਗ ਨਾ ਚੱਲੈ ਪੰਥ। ਕਿਹੜੇ ਪੰਥ? ਜੰਮ ਕੇ ਪੰਥ ਨਾ ਪਾਈਐ ਫਿਰ ਨਾ ਹੀ ਮਰਨੇ। ਉਹ ਜੰਮ ਦੇ ਪੰਥ ਤੇ ਨਹੀਂ ਟੁਰਦਾ ਹੈ। ਜੋ ਮਨੁੱਖ ਜੰਮ ਮਤਲਬ ਵਾਈਸਿਸ ਮੰਦੇ ਖਿਆਲਾਂ ਦੇ ਅਨੁਸਾਰ ਨਹੀਂ ਟੁਰਦਾ, ਉਹਦਾ ਲੇਖਾ ਮੁੱਕ ਗਿਆ ਨਾ। ਉਹਨੂੰ ਲੇਖਾ ਪੈਂਦਾ ਹੀ ਨਹੀਂ, ਉਹਨੂੰ ਔਖੀ ਘੜੀ ਪੈਂਦੀ ਹੀ ਨਹੀਂ। ਸਾਡੇ ਘਰਾਂ ਵਿੱਚ ਜਦੋਂ ਦੋ ਭਰਾ ਲੜ ਪੈਂਦੇ ਨੇ ਨਾ, ਮਾਂ ਪਿਓ ਦੇ ਦਿਲ ਨੂੰ ਪੁੱਛੋ ਇਸ ਵਰਗੀ ਔਖੀ ਘੜੀ ਕਿਹੜੀ ਹੋਏਗੀ। ਜਦੋਂ ਨੂੰਹ ਵੱਖ ਹੋਣਾ ਚਾਹੁੰਦੀ ਹੈ,
ਉਸ ਵੇਲੇ ਔਖੀ ਘੜੀ ਦੇਖੋ। ਜਿਹੜੇ ਘਰਾਂ ਵਿੱਚ ਇਹ ਆਦਤਾਂ ਪੈਂਦੀਆਂ ਜਾਂਦੀਆਂ, ਉਹ ਘਰਾਂ ਵਾਲੇ ਡਾਈਨਿੰਗ ਟੇਬਲ ਤਾਂ ਲੱਖਾਂ ਕਰੋੜਾਂ ਦਾ ਲਿਆ ਕੇ ਰੱਖਦੇ ਨੇ, ਪਰ ਡਾਈਨਿੰਗ ਟੇਬਲ 'ਤੇ ਰਲ ਕੇ ਬਹਿੰਦੇ ਨਹੀਂ ਹਨ। ਉਹਨਾਂ ਦੇ 4 ਬੈੱਡਰੂਮ ਹੁੰਦੇ ਨੇ, ਉਹਨਾਂ ਦੇ 6 TV ਹੁੰਦੇ ਨੇ, ਹਰ ਕਮਰੇ 'ਚ ਅਲੱਗ-ਅਲੱਗ ਬੈਠ ਕੇ ਦੇਖਦੇ ਨੇ। ਸਤਸੰਗ ਜੀ, ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਨਿੱਕੇ ਨਿੱਕੇ ਟਿਪਸ ਨੇ ਕਿ ਅਸੀਂ ਰਲ ਕੇ ਕਿਵੇਂ ਬੈਠਿਆ ਕਰੀਏ, ਸਾਡਾ ਆਪਸ ਵਿੱਚ ਪਿਆਰ ਕਿਵੇਂ ਹੋਏ। ਜਿਨ੍ਹਾਂ ਦਾ ਆਪਸੀ ਪਿਆਰ ਬਣ ਜਾਂਦਾ ਨਾ, ਉਹ ਫਿਰ ਬਾਹਰ ਵੀ ਪਿਆਰ ਕਰਨ ਲੱਗ ਪੈਂਦੇ ਨੇ। ਉਹ ਫਿਰ ਇਸ ਸਾਰੀ ਦੁਨੀਆ ਨੂੰ ਨਾ ਕੋ ਬੈਰੀ ਨਹੀਂ ਬੇਗਾਨਾ ਜਿੰਦੇ ਨੇ, ਨਾ ਕੋ ਮੇਰਾ ਦੁਸ਼ਮਣ ਰਿਹਾ, ਨਾਮ ਕਿਸਕੇ ਬਹਿਰਾਈ ਵਾਲਾ ਜੀਵਨ ਜੀਣਾ ਸ਼ੁਰੂ ਕਰਦੇ ਨੇ। ਪਰ ਜਿਹੜੇ ਘਰੋਂ ਹੀ ਰੱਜੇ ਨਾ ਹੋਣ, ਉਹ ਬਾਹਰ ਵੀ ਦੁਸ਼ਮਣੀ ਫੈਲਾਉਂਦੇ ਨੇ, ਦੂਰੀਆਂ ਵਧਾਉਂਦੇ ਨੇ। ਸੋ ਜਿਨ੍ਹਾਂ ਦੇ ਘਰਾਂ ਵਿੱਚ ਪਿਆਰ ਹੁੰਦਾ ਨਾ, ਮਾਨੋ ਲੇਖਾ ਨਹੀਂ ਹੈ। ਇਹ ਨਿੱਕੀ ਨਿੱਕੀ ਆਦਤ ਅਸੀਂ ਪਾਉਂਦੇ ਹਾਂ। ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਬਖਸ਼ੰਦਾ ਦਾ ਮਤਲਬ ਹੈ ਜਦੋਂ ਸਤਿਗੁਰੂ ਜੀ ਸੁਮਤ ਬਖਸ਼ ਦਿੰਦੇ ਹਨ। ਆਨੰਦ ਭਇਆ ਸੁਖ ਪਾਇਆ। ਆਨੰਦ ਭਇਆ, ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ। ਸਤਿਗੁਰ ਦੀ ਮੱਤ ਦੀ ਟੈਕਨੀਕ ਨੂੰ ਜਦੋਂ ਮੈਂ ਅਪਲਾਈ ਕੀਤਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਅਸੀਂ ਪੜ੍ਹਦੇ ਹਾਂ। ਲੇਕਿਨ ਜਦੋਂ ਆਖਰੀ ਪੌੜੀ ਆਏਗੀ, ਉਥੇ ਆਨੰਦ ਸੁਣੋ ਵਡਭਾਗੀਓ, ਉਥੇ ਆਨੰਦ ਸੁਣੋ ਵਡਭਾਗੀਓ ਨਹੀਂ ਹੈ। ਆਨੰਦ ਸੁਣਿਆ ਨਹੀਂ ਜਾਂਦਾ, ਅਨਹਦ ਸੁਣਿਆ ਜਾਂਦਾ ਹੈ, ਜਿਸ ਨੂੰ ਅਨਹਦ ਨਾਦ ਕਹਿੰਦੇ ਨੇ। ਉੱਥੇ ਟਿੱਪੀ ਨਹੀਂ ਲੱਗੀ ਹੋਈ, ਉੱਥੇ ਅਸੀਂ ਆਨੰਦ ਸੁਣੋ ਵਡਭਾਗੀਓ ਉਚਾਰਨ ਨਹੀਂ ਕਰਾਂਗੇ, ਉੱਥੇ ਉਚਾਰਨ ਕਰਾਂਗੇ ਅਨਹਦ ਸੁਣੋ ਵਡਭਾਗੀਓ। ਅਨਹਦ ਮਤਲਬ ਅਨਹਦ ਸੁਣੋ ਵਡਭਾਗੀਓ। ਮੈਂ ਸਤਿਗੁਰ ਦੀ ਮੱਤ ਦਾ ਨਿਰੰਤਰ ਸੁਣਿਆ ਸੁਣਨਾ ਹੈ, ਇਹਨੂੰ ਅਨਹਦ ਨਾਦ ਕਹਿੰਦੇ ਨੇ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਸੁਣਨੀ ਹੈ, ਇਹਨੂੰ ਨਾਦ ਕਹਿੰਦੇ ਨੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਗੁਰੂ ਦੀ ਮੱਤ ਨੂੰ ਨਿਰੰਤਰ ਅਨਇੰਟਰਪਟਿਡ ਆਪਣੇ ਹਿਰਦੇ ਅੰਦਰ ਧਾਰ ਕੇ ਸੁਣਦੇ ਰਹਿਣਾ, ਲਗਾਤਾਰ, ਵਿਦਾਊਟ ਫੇਲ, ਵਿਦਾਊਟ ਬ੍ਰੇਕ, 24 ਘੰਟੇ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰਿ ਗਾਈਏ, ਉਹਨੂੰ ਅਨਹਦ ਨਾਦ ਕਹਿੰਦੇ ਹਨ, ਜਿਸ ਦੀ ਕੋਈ ਹੱਦ ਨਹੀਂ ਹੈ, ਜਿਸ ਵਿੱਚ ਕੋਈ ਇੰਟਰਪਸ਼ਨ ਨਹੀਂ ਹੈ। ਆਨੰਦ ਭਇਆ ਸੁਖ ਪਾਇਆ, ਆਨੰਦ ਮਾਣਦੇ ਹਾਂ। ਸੋ ਆਨੰਦ ਸੁਣਦੇ ਨਹੀਂ ਹਾਂ। ਆਨੰਦ ਭਇਆ ਮੇਰੀ ਮਾਏ, ਭਇਆ ਇਟ ਹੈਪਨਡ, ਨਾਓ ਮੈਂ ਫੀਲ ਕਰ ਰਿਹਾ। ਆਨੰਦ ਭਇਆ ਸੁਖ ਪਾਇਆ। ਸੁਖ ਸਾਧ ਸੰਗਤ ਜੀ, ਸੁਖ ਔਰ ਇਸ ਦੀ ਆਖਰੀ ਪੰਕਤੀ ਬਹੁਤ ਹੀ ਵਿਚਾਰਨਯੋਗ ਹੈ। ਆਖਰੀ ਪੰਕਤੀ 'ਚ ਕਹਿੰਦੇ ਨੇ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ। ਇਹ ਪਾਵੰਦਾ ਦਾ ਮਤਲਬ ਹੁੰਦਾ ਹੈ ਜਦੋਂ ਮੇਰੇ ਮਨ ਨੂੰ ਸਤਿਗੁਰ ਦੀ ਮੱਤ ਪਾਉਂਦੀ ਹੈ। ਸਾਧ ਸੰਗਤ ਜੀ, ਪਾਉਂਦੀ ਕਦੋਂ ਹੈ? ਜਦੋਂ ਮੈਨੂੰ ਉਹ ਮੋਹਿਤ ਕਰਦੀ ਹੈ, ਜਦੋਂ ਮੈਨੂੰ ਅਟਰੈਕਟ ਕਰਦੀ ਹੈ, ਜਦੋਂ ਮੈਨੂੰ ਚੰਗੀ ਲੱਗਦੀ ਹੈ। ਜੇ ਚੰਗੀ ਨਹੀਂ ਲੱਗਦੀ, ਮੈਂ ਉਹਦੇ ਵੱਲ ਅਟਰੈਕਟ ਨਹੀਂ ਹੋਇਆ, ਮੈਂ ਉਹਦੇ ਵੱਲ ਮੋਹਿਤ ਨਹੀਂ ਹੋਇਆ। ਪਾਵੰਦਾ ਦਾ ਮਤਲਬ ਹੁੰਦਾ ਮੋਹਿਤ ਹੋਣਾ। ਮੈਂ ਤੁਹਾਡੇ ਸੁਨੇ ਤੋਂ ਮੋਹਿਤ ਹੋ ਗਿਆ, ਮੋਹਨ ਮੋਹ ਲਿਆ ਮਨ ਮੇਰਾ। ਤੁਹਾਡੀ ਗੱਲ ਸੁਣ ਕੇ ਮੇਰਾ ਮਨ ਮੋਹਿਆ ਗਿਆ। ਜਾਂ ਤੁਧ ਪਾਵੰਦਾ, ਜਿਸ ਦੇ ਮਨ ਨੂੰ ਇਹ ਗੱਲ ਪਾਉਂਦੀ ਹੈ। ਕੱਲ ਅਸੀਂ ਪੰਕਤੀ ਪੜ੍ਹੀ ਸੀ, ਦੁਬਾਰਾ ਪੜ੍ਹੀਏ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹਦੇ ਅਰਥ ਨਹੀਂ ਨੇ ਰੱਬ ਜੀ ਨੇ ਦਾਤ ਰੱਖੀ ਹੋਈ ਹੈ, ਜਿਸ ਨੂੰ ਪਸੰਦ ਕਰਦੇ ਨੇ ਉਹਨੂੰ ਦੇ ਦਿੰਦੇ ਨੇ, ਜਿਨ੍ਹਾਂ ਨੂੰ ਨਹੀਂ ਪਸੰਦ ਕਰਦੇ ਉਹਨਾਂ ਨੂੰ ਨਹੀਂ ਦੇ। ਇਹ ਇਹਦੇ ਅਰਥ ਨਹੀਂ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਅਤੇ ਤਿਸ ਦੇ ਸੱਸੇ ਥੱਲੇ ਔਂਕੜ ਹੈ। दाता दात रखी हाथ अपने, जिस पावे। जिस पावे का मतलब जिस इंसान के मन को पावे, जिस इंसान के मन को पसंद आवे, जो इसको लाइक करता है, जिस पावे तिस दे, उसको सुमत दे देते हैं। जिन्हों नहीं पाती वो गुरुद्वारे आके भी सुमत नहीं लैंदा। तुसी देखते हो गुरुद्वारे प्रबंधक आते हैं, वो आके सुनते कुछ नहीं, वो सेवादार जी, भाई साहब जी, ग्रंथी जी इन्हां ते ऑर्डर झाड़न आ जाते हैं
ਕਿਸੇ ਨੂੰ ਨੌਕਰੀ ਤੋਂ ਕੱਢ ਦਿਓ, ਕਿਸੇ ਨੂੰ ਨੌਕਰੀ ਵਿੱਚ ਰੱਖ ਲਓ, ਕਿਸੇ ਦੀ ਤਨਖਾਹ ਵਧਾ ਦਿਓ, ਕਿਸੇ ਦੀ ਤਨਖਾਹ ਘਟਾ ਦਿਓ। ਉਹ ਇਹਨਾਂ ਚੱਕਰਾਂ 'ਚ ਹੀ ਪਏ ਰਹਿੰਦੇ ਨੇ। ਉਹ ਸੇਵਾਦਾਰ ਜੀ ਦੇ, ਭਾਈ ਸਾਹਿਬ ਜੀ ਦੇ ਅਫਸਰ ਬਣ ਕੇ ਆਉਂਦੇ ਨੇ, ਜਾਂ ਦੂਜੀ ਕਮੇਟੀ ਦੇ ਨੁਕਸ ਕੱਢਣ ਆਉਂਦੇ ਨੇ, ਜਾਂ ਗੁਰਦੁਆਰੇ ਦੇ ਸੰਗਮਰਮਰ ਔਰ ਫਰਸ਼ ਔਰ ਗਲੀਚੇ ਇਹਨਾਂ ਦੀ ਅਕਾਊਂਟਿੰਗ ਵਿੱਚ ਹੀ ਪਏ ਰਹਿੰਦੇ ਨੇ। ਪਰ ਉਹ ਆ ਕੇ ਨਹੀਂ ਕਹਿੰਦੇ ਗੁਰੂ ਪਾਤਸ਼ਾਹ ਜੀ ਮੈਂ ਸਾਰਾ ਦਿਨ ਇੱਧਰ ਉੱਧਰ ਆਪਣੇ ਕੰਮਾਂ 'ਚ ਮਸਤ ਰਹਿੰਦਾ, ਹੁਣ ਮੈਨੂੰ ਸਮਾਂ ਮਿਲਿਆ, ਮੈਂ ਗੁਰਦੁਆਰੇ ਤੁਹਾਡੇ ਕੋਲ ਆਇਆ, ਮੈਨੂੰ ਇਹ ਚੌਧਰ ਤੋਂ ਛੁਡਾਓ ਅਤੇ ਮੈਨੂੰ ਸੁਮਤ ਬਖਸ਼ੋ। ਮੈਨੂੰ ਤੁਹਾਡਾ ਸੁਨਿਆ ਪਾਉਂਦਾ ਹੈ। ਜਿਨ੍ਹਾਂ ਨੂੰ ਅਕਾਊਂਟਿੰਗ ਪਾਉਂਦੀ ਹੈ ਉਹ ਗੁਰਦੁਆਰੇ ਆ ਕੇ ਵੀ ਅਕਾਊਂਟਿੰਗ ਹੀ ਕਰਦੇ ਰਹਿੰਦੇ ਨੇ। ਦੇਖਿਆ ਨਾ ਤੁਸੀਂ, कमेटियाँ यही अकाउंटिंग कर दिया रहती हैं। पिछली कमेटी ने इतने पैसे खर्च दिए थे, हमने इस बारी पैसे नहीं खर्चे, हमने 75 लाख की फिक्स डिपॉजिट करा दी। लो जी, उन 75 लाख थे बैंक अंदर बढ़ गए, ना कोई इन्होंने वरते ना कुछ होवे, हमने 75 लाख, इस बार हमने 1 करोड़ फिक्स डिपॉजिट करा दिया, कोई कहता 10 करोड़ करा दिया। सासंग जी गल्लां मैं इस करके कर रहा कि जिन्हां नूं बीमारी लग जाती है वो छुट सकण अकाउंटिंग दी, गुरुद्वारा मैनेज करन दी। असी गुरुद्वारा मैनेज नहीं करना, गुरु दे दर ते आके गुरु दी मत लैके मैं अपने सुभाਅ नूं मैनेज करना है। सो असी सिख रहे हाँ सुख, सुख वर्सिस दुख। गुरमत विच सुख का मतलब है रब्बी मिलन, दुख का मतलब है रब्बी विछोड़ा। मनु आनंद पिया, मेरी माए सतगुरु मैं पाया, सतगुर पाया मीनस रब पाया। रब ते सतगुर गुरमत इक्को चीज़ नूं कहंदे ने। जिवें रब दा शरीर नहीं होंदा, इस तरह सतगुर दा शरीर नहीं होंदा। सतगुर मेरा सदा सदा ना वह ना जाए, वो विनाशी पुरख है सब मेरे आसमाए। सो गुरमत शरीरक गुरु नहीं मनदी है, गुरमत शब्द गुरु नूं, विजडम नूं गुरु मनदी है, ते वो हमेशा सਦੀਵੀ ਹੁੰਦਾ है। आनंद पिया सुख पाया मिल गुर गोविंदा। ਜਦੋਂ मैं अपने गो मतलब मन की धरती ਨੂੰ ਚੰਗੇ ਗੁਣਾਂ ਨਾਲ ਸਿੰਚਿਆ, गुर तरीका टेक्निक विधि, विधि की है चंगे गुण, विधि की है अपनी मन की सृष्टि धरती बनानी है, चंगे गुणों की प्रैक्टिस करनी पवेगी। चंगे गुणों नूं सर्ब धर्म है श्रेष्ठ धर्म, हर को नाम जप, निर्मल कर्म आइडियल्स कहते हैं। जे सतगुर का पल्ला फड़ना है तो सतगुर समझाएगा कि वेख के डिठ किवें करीदा है। सतगुर समझाएगा कि ओदे बोलण नाल तेरी पत नहीं लथ गई, ओदे बोलण नाल तेरी निंदा नहीं हो गई, तू उस तर निंदा मान अपमान तो ऊपर उठ। सतगुर समझाएगा, इनू धर्म कहते हैं। असी चंगे गुणां नाल जे जीना है तो धर्म का पल्ला फड़ते हाँ, तां सानू रब्बी मिलन हुंदा है। रब अते चंगे गुण रब्बी मिलन। आनंद पिया सुख पाया मिल गुर गोबिंदा। मैं टैक्नीक नाल जीविया, चंगे गुणां नाल मैं अपने मन की धरती नूं सिंचिया, अपने नगर गाँव नूं वसाया। सभे काज सवारिया जा तुद पावंदा। मन नूं ये गल पाउंदी है, चंगे गुण पाउंदे ने, चंगे गुणां दी मत पाउंदी है। सभे काज सवारिया की हुंदा है। असी जदों आनंद कारज दे शब्द पढ़ रहे होंदे ओहदे ना सभे काज सुहेलड़े थीए। सभे काज किहड़े हुंदे ने? सारी जिंदगी अंदर इक्को ही काज है, सभे काज ढेर काज नहीं ने। पर पंक्ति आई है, लफज आया, टर्म आई है, उन्होंने समझना बड़ा जरूरी है। सभे काज सत्संग जी जिहड़ा दुनियावी विआह हुंदा है उहदे विचकार है, रिश्ता कीता है, कार्ड छपवाए ने, मठियाइयां वास्ते हलवाई बुलाए ने, लोकां नूं कार्ड वंडे ने, तंबू लाए ने, वाजे वाले आए ने, घोड़ी आई है, बरात चढ़ी है, कपड़े सवाए ने, कितने सारे काज कीते ने। साध संगत जी जितने पैटी वर्क्स कीते ने ये सारिਆਂ ਦੇ ਪਿੱਛੇ ਇੱਕੋ ਗੱਲ ਹੈ ਨਾ, ਵਿਆਹ ਹੋ ਜਾਵੇ, ਵਿਆਹ ਕਾਜ ਹੈ। ਇਹ ਸਾਰੇ ਜਿਹੜੇ ਮੈਂ ਪੈਟੀ ਵਰਕਸ ਕੀਤੇ ਸੀ ਨਾ ਉਹ ਫਰੂਟਫੁਲ ਹੋ ਗਏ ਜਦੋਂ ਵਿਆਹ ਸਹੀ ਹੋ ਗਿਆ। ਧਰਮ ਵਿੱਚ ਵਿਆਹ ਕੀ ਹੈ? ਮਨੁੱਖ ਦਾ ਰੱਬ ਜੀ ਨਾਲ ਵਿਆਹ। ਅਸੀਂ ਇਸ ਪੌੜੀ ਦੇ ਅੰਦਰ ਕੀ ਸਮਝ ਰਹੇ ਹਾਂ? ਰੱਬ ਨਾਲ ਵਿਆਹ, ਚੰਗੇ ਗੁਣਾਂ ਨਾਲ ਜੀਣਾ, रब्बी मिकता। सभे काज सुहेलड़ती है, सभे काज सवारे हैं।
मैं सारे काम कीते, मैं तुहाडे कोल आया, मैं सच दा संग कीता, मैं बाणी पढ़ी, मैं फिर उहदे तो सिੱਖਿਆ, फिर मैं अपने मंदे सुभाਅ ਵੱਲ ਝਾਤ ਮਾਰੀ। ਉਹਨੂੰ ਕਹਿੰਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ। ਮੈਂ ਬਾਈਨਾਕੂਲਰ ਲਗਾ ਕੇ, ਮਾਈਕਰੋਸਕੋਪ ਲਗਾ ਕੇ ਤੁਹਾਡੇ ਕੋਲੋਂ ਸਿੱਖਿਆ, ਆਪਣੇ ਅਵਗੁਣਾਂ ਵੱਲ ਝਾਤੀ ਮਾਰੀ। ਸਾਰੇ ਅਵਗੁਣ ਫਿਕਸ ਅਪ ਕਰਨ ਵਾਸਤੇ ਜੋ ਜੋ ਮੈਨੂੰ ਤੁਸੀਂ ਸਿਖਾਇਆ, ਸਮਝਾਇਆ, ਸਭੇ ਕਾਜ। ਪਰ ਅਸਲੀ ਕਾਜ ਕੀ ਹੈ? ਕਾਰਜ ਸਗਲ ਆਰੰਭਿਓ ਘਰ ਕਾ। ਮੈਂ ਆਪਣੇ ਘਰ ਦਾ ਕਾਰਜ ਆਰੰਭਿਆ। ਘਰ ਦਾ ਕਾਰਜ ਕੀ ਹੁੰਦਾ? ਘਰ ਦਾ ਕਾਰਜ, ਲੋਕਾਂ ਵਾਸਤੇ ਘਰ ਦਾ ਕਾਰਜ ਕੀ ਹੈ? ਇਹ ਅਸੀਂ ਦੀਵਾਲੀ ਆਈ ਹੈ ਪੇਂਟ ਕਰਾ ਰਹੇ ਹਾਂ, ਇਹ ਦੀਵਾਲੀ ਆਈ ਹੈ ਨਵਾਂ ਫਰਨੀਚਰ ਠੀਕ ਕਰਾ ਰਹੇ ਹਾਂ, ਇਹ ਦੀਵਾਲੀ ਆਈ ਹੈ ਅਸੀਂ ਇਹ ਕਰ ਰਹੇ ਹਾਂ, ਇਹ ਦੀਵਾਲੀ ਆਈ ਹੈ ਅਸੀਂ ਨਵੀਂ ਕਰੋਕਰੀ ਲੈ ਕੇ ਆਏ ਹਾਂ। ਇਸ ਤਰੀਕੇ ਦੇ ਨਾਲ ਲੋਕ ਆਪਣਾ ਫਰਸ਼ ਠੀਕ ਕਰਾਉਂਦੇ ਨੇ, ਨਵਾਂ ਗਲੀਚਾ ਲੈ ਕੇ ਆਉਂਦੇ ਨੇ, ਨਵਾਂ ਫਰਨੀਚਰ ਲੈ ਕੇ ਆਉਂਦੇ ਨੇ, ਨਵਾਂ ਪੇਂਟ ਕਰਾਉਂਦੇ ਨੇ, ਪੁਰਾਣਾ ਸਮਾਨ ਕੱਢ ਦਿੰਦੇ, ਨਵਾਂ ਸਮਾਨ ਲੈ ਕੇ ਆਉਂਦੇ ਨੇ, ਬੜੇ ਸਾਰੇ ਕਾਜ ਕਰਦੇ ਨੇ ਨਾ। ਪਰ ਕਾਜ ਇਸ ਕਰਕੇ ਕਰਦੇ ਨੇ ਕਿ ਮੇਰਾ ਘਰ ਸਾਰਾ ਠੀਕ ਹੋ ਜਾਵੇ, ਇਹਦੇ ਵਿੱਚ ਮਹਿਮਾਨ ਆ ਜਾਵੇ। ਮੈਂ ਆਪਣੇ ਘਰ ਦਾ ਕਾਰਜ ਆਰੰਭਿਆ, ਮੈਂ ਸਾਰੇ ਅਵਗੁਣ ਠੀਕ ਕਰਨ ਦੀ ਧਰਤੀ ਤਿਆਰ ਕੀਤੀ, ਆਪਣਾ ਘਰ ਤਿਆਰ ਕੀਤਾ ਤਾਂ ਕਿ ਰੱਬ ਜੀ ਆ ਕੇ ਵਸ ਸਕਣ। ਸੋ ਕੱਲ੍ਹ ਅਸੀਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਦੁਨੀਆ ਦੇ ਅੰਦਰ ਸਾਰਿਆਂ ਦੇ ਅੰਦਰ ਰੱਬ ਤੇ ਵਸਦਾ ਹੈ। ਪਰ ਕਿਸੇ ਨੇ ਮੈਨੂੰ ਪੁੱਛਿਆ ਜੇ ਸਾਰਿਆਂ ਦੇ ਅੰਦਰ ਵਸਦਾ ਤੇ ਕਈ ਲੋਕੀ ਮਾੜਾ ਕੰਮ ਕਿਉਂ ਕਰਦੇ ਨੇ? ਜਿਹੜੇ ਮਾੜਾ ਕੰਮ ਕਰਦੇ ਨੇ ਉਹ ਆਪਣੇ ਅੰਦਰ ਦੇ ਮਨ ਦੀ ਮਤਲਬ ਆਪਣੀ ਆਤਮਾ ਦਾ ਘਾਤ ਕਰ ਦਿੰਦੇ ਨੇ। ਉਹ ਆਤਮਕ ਮੌਤ ਮਰ ਜਾਂਦੇ ਨੇ। ਉਹ ਆਤਮਕ ਮੌਤ ਮਰ ਜਾਂਦੇ ਨੇ ਮੀਨਸ ਅੰਦਰ ਦਾ ਰੱਬ ਹੀ ਮਾਰ ਦਿੰਦੇ ਨੇ। ਮਾਨੋ ਅੰਦਰ ਦੇ ਰੱਬ ਦੀ ਗੱਲ ਨਹੀਂ ਸੁਣਦੇ ਨੇ। ਅੰਦਰ ਦੇ ਰੱਬ ਦੀ ਗੱਲ ਸੁਣਨੀ, ਅੰਦਰ ਦਾ ਰੱਬ ਨੂੰ ਉਜਾਗਰ ਕਰਨਾ, ਆਪਣੀ ਨਵੀਂ ਸ੍ਰਿਸ਼ਟੀ ਸਾਜਣੀ, ਨਵੇਂ ਚੰਗੇ ਗੁਣ ਸਿੱਖਣੇ, ਸਭੇ ਕਾਜ ਸਵਾਰਿਆ ਜਾਂ ਤੁਧ ਪਾਵਨ ਦਾ। ਤੁਧ ਪਾਵਨ ਦਾ ਮਤਲਬ ਜਦੋਂ ਤੁਹਾਨੂੰ ਪਾਏਗਾ, ਨਹੀਂ ਇਹ ਅਰਥ ਨਹੀਂ ਨੇ। ਜਾਂ ਤੁਧ ਪਾਵਨ ਦਾ ਮਤਲਬ ਹੈ ਜਦੋਂ ਮੇਰੇ ਮਨ ਨੂੰ ਤੁਹਾਡਾ ਸੁਨੇਹਾ ਪਾਉਂਦਾ ਹੈ ਤਾਂ ਮੇਰੇ ਸਾਰੇ ਕੀਤੇ ਕਾਜ ਸਫਲ ਹੋ ਜਾਂਦੇ ਹਨ। ਪਾਖੰਡ ਕਰਨ ਨਾਲ ਕਾਜ ਸਫਲ ਨਹੀਂ ਹੁੰਦੇ ਨੇ। ਮੈਨੂੰ ਸੁਮਤ ਬਖਸ਼ੋ, ਮੈਂ ਆਪਣੇ ਆਪ ਕਾਜ ਨੂੰ ਠੀਕ ਕਰਾਂ। ਮੈਂ ਆਪਣੀ ਅੱਖ, ਨੱਕ, ਕੰਨ, ਇਹ ਸਾਰੇ ਮੇਰੇ ਡਰਾਇੰਗ ਰੂਮ ਨੂੰ ਖਰਾਬ ਇਹਨਾਂ ਨੇ ਕੀਤਾ ਹੋਇਆ। ਮੇਰਾ ਸਾਰੀ ਖਿੜਕੀਆਂ, ਦਰਵਾਜ਼ੇ, ਰੋਸ਼ਨਦਾਨ ਠੀਕ ਕਰ ਦਿਓ। ਮੈਂ ਇਹਨਾਂ ਨੂੰ ਠੀਕ ਕਰਨਾ ਚਾਹੁੰਦਾ। ਤੁਹਾਡੇ ਕੋਲ ਲੈ ਕੇ ਆਇਆ ਮਿੱਟੀ ਮੁਸਲਮਾਨ ਕੀ ਪੇੜ ਹੈ ਪੇ ਘੁਮਿਆਰ। ਤੁਸੀਂ ਘੁਮਿਆਰ ਹੋ, ਮੈਂ ਤੁਹਾਡੇ ਵਾਸ ਆਪਣੀ ਮਿੱਟੀ ਪਾਣ ਆਇਆ। ਇਸ ਨੂੰ ਮੁਸਲਮਾਨ ਕੀ ਮਿੱਟੀ ਬਣਾ ਦਿਓ। ਘੜ ਭਾਂਡੇ, ਇੱਟਾਂ ਕੀਆਂ, ਮੇਰਾ ਇੱਕ ਇੱਕ ਅੰਗ ਠੀਕ ਕਰ ਦਿਓ। ਸਭੇ ਕਾਜ ਸਵਾਰਿਆ ਜਾਂ ਤੁਧ ਪਾਵਨ ਦਾ ਮੇਲ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ ਹੈ। ਰੱਬੀ ਮਿਲਾਪ ਦੀ ਨਿਸ਼ਾਨੀ ਕੀ ਨਿਕਲ ਕੇ ਆਈ? ਚੰਗੇ ਗੁਣਾਂ ਨਾਲ ਜੀਣਾ। ਚੰਗੇ ਗੁਣਾਂ ਦਾ ਸੁਭਾਅ ਪਾਣਾ ਧਰਮ ਸਿਖਾਉਂਦਾ ਹੈ। ਚੰਗੇ ਗੁਣਾਂ ਦੇ ਸੁਭਾਅ ਦੇ ਨਾਲ ਮੈਂ ਠੀਕ ਹੋਵਾਂਗਾ, ਚੰਗੇ ਗੁਣਾਂ ਦੇ ਸੁਭਾਅ ਨਾਲ ਮੇਰਾ ਸਮਾਜ ਠੀਕ ਹੋਏਗਾ। ਮਤ ਭੁਲੇਖਾ ਖਾਣਾ ਕਿ ਅਸੀਂ ਬਾਹਰੋਂ ਰਾਮ ਰਾਮ ਅੱਲਾ ਅੱਲਾ ਕਰਦੇ ਰਹੀਏ ਔਰ ਚੰਗੇ ਗੁਣ ਨਾ ਸਿੱਖੀਏ, ਫਿਰ ਸਮਾਜ ਨਹੀਂ ਠੀਕ ਹੋਏਗਾ। ਮੈਂ ਨਹੀਂ ਠੀਕ ਤੇ ਸਮਾਜ ਵੀ ਠੀਕ ਨਹੀਂ। ਇਸ ਕਰਕੇ ਸਾਨੂੰ ਕਹਿੰਦੇ ਨੇ, ਇਸ ਦਾ ਸ਼ਲੋਕ ਆਉਂਦਾ ਹੈ, ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜਨਾ, ਤੂੰ ਅੱਗੇ ਵੱਧ, ਚੰਗੇ ਗੁਣ ਲੈ, ਨਾਨਕ ਸਿੱਝ ਈ ਵਿਆਹਵਾਰ ਬੌੜ ਨਾ ਹੋਵੀ ਜਨਮੜਾ। ਤੇਰੀ ਜ਼ਿੰਦਗੀ ਵਿੱਚ ਤੈਨੂੰ ਦੁਬਾਰਾ ਆਤਮਕ ਮੌਤ ਨਹੀਂ ਮਰਨਾ ਪਏਗਾ। ਤੂੰ ਇੱਕ ਵਾਰੀ ਇਹ ਚੰਗੇ ਗੁਣਾਂ ਦੇ ਨਾਲ ਕਾਮਯਾਬੀ ਹਾਸਿਲ ਕਰ ਲੈ। ਫਿਰ ਇਸ ਦੇ ਨਾਲ ਸ਼ਲੋਕ ਹੈ, ਸੱਜਣ ਮੈਂਡਾ ਚਾਹੀਆ ਹੱਬ ਕਈ ਦਾ ਮਿੱਤ। ਮੇਰਾ ਮਨ ਸਾਰਿਆਂ ਦਾ ਮਿੱਤਰ ਬਣ ਜਾਂਦਾ ਹੈ। ਸਾਰੇ ਇੰਦਰੀ ਗਿਆਨ ਇੰਦਰਾਂ ਨੂੰ ਹੱਬੇ ਜਾਣਨ ਆਪਣਾ ਕਹੀਂ ਨਾ ਠਾਏ ਚਿੱਤ। ਮੇਰਾ ਮਨ ਅਵਗੁਣਾਂ ਵਾਲੇ ਖਿਆਲ ਨਹੀਂ ਰੱਖਦਾ ਅਤੇ ਮੇਰੀ ਜ਼ੁਬਾਨ ਨੂੰ ਦੂਸਰਿਆਂ ਦੇ ਨਾਲ ਭੈੜੇ ਬੋਲਣ ਤੋਂ ਵੀ ਬਚਾ ਲੈਂਦਾ ਹੈ। ਗੁਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥੀਆ। ਮਾਨੋ ਰੱਬ ਪ੍ਰਗਟ ਹੋ ਗਿਆ। ਸੋਈ ਸੁਹਾਵਾ ਥਾਂ ਜਿੱਥੇ ਪ੍ਰਿਯ ਨਾਨਕ ਜੀ ਤੂੰ ਉੱਠਿਆ। ਜਿੱਥੇ ਆ ਕੇ ਰੱਬ ਜੀ ਵਸ ਜਾਂਦੇ ਨੇ ਨਾ, ਉਹ ਥਾਂ ਸੁਹਾਵਾ ਹੋ ਜਾਂਦਾ। ਤੁਸੀਂ ਅੱਜ ਦੇਖ ਰਹੇ ਹੋ ਪ੍ਰਕਾਸ਼ ਉਤਸਵ ਕਰਕੇ ਥਾਂ ਥਾਂ 'ਤੇ ਸ਼ਬਦ ਪੜ੍ਹ ਰਹੇ ਨੇ। ਸੱਤ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ।
ਸਾਧ ਸੰਗਤ ਜੀ, ਇਹ ਬਾਹਰਲੀ ਕਿਸੇ ਧਰਤੀ ਦੀ ਗੱਲ ਨਹੀਂ ਚੱਲ ਰਹੀ। ਇਹ ਕੋਈ ਇਸ ਗਲੋਬ ਜਾਂ ਇਸ ਦੁਨੀਆ ਦੇ ਨਕਸ਼ੇ 'ਤੇ ਕਿਸੇ ਖਾਸ ਜਿਓਗ੍ਰਾਫੀਕਲ ਧਰਤੀ ਦੀ ਗੱਲ ਨਹੀਂ ਚੱਲ ਰਹੀ। ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ, ਇਸ ਮਨ ਦੀ ਧਰਤੀ ਨੂੰ ਕਹਿੰਦੇ ਨੇ, ਮਨ ਦੀ ਮੇਦਨੀ ਨੂੰ ਕਹਿੰਦੇ ਨੇ। ਜਿੱਥੇ ਸਤਿਗੁਰ ਆ ਕੇ ਬੈਠ ਜਾਂਦਾ ਹੈ ਉੱਥੇ ਉਹਨੂੰ ਕਹਿੰਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਰੱਬ ਜੀ ਆ ਕੇ ਬੈਠ ਗਏ, ਸਭੇ ਕਾਜ ਸਵਾਰਿਆ ਜਾਂ ਤੁਧ ਭਾਵਨ ਦਾ। ਰੱਬ ਜੀ ਆ ਕੇ ਬੈਠ ਗਏ, ਰੱਬੀ ਮਿਲਨ ਹੋ ਗਿਆ। ਰੱਬ ਜੀ ਆ ਕੇ ਬੈਠ ਗਏ, ਮੈਂ ਰੱਬੀ ਗੁਣਾਂ ਨਾਲ ਜੀਂਦਾ ਹਾਂ। ਰੱਬ ਜੀ ਆ ਕੇ ਬੈਠ ਗਏ, ਮੈਂ ਤੁਹਾਡਾ ਬੰਦਾ ਹੋ ਗਿਆ। ਰੱਬ ਜੀ ਆ ਕੇ ਬੈਠ ਗਏ, ਤੁਸੀਂ ਸੁਮਤ ਬਖਸ਼ੀ ਜਾਂ ਹਰ ਬਖਸ਼ਣ ਦਾ ਹੋ ਗਿਆ। ਰੱਬ ਜੀ ਆ ਕੇ ਬੈਠ ਗਏ, ਮੈਨੂੰ ਮੰਦੇ ਖਿਆਲ ਨਹੀਂ ਆਉਂਦੇ, ਜਾਂ ਤੂੰ ਮੇਰੇ ਵੱਲ ਹੈ। ਜਿਹਦੇ ਵੱਲ ਰੱਬ ਜੀ ਹੁੰਦਾ ਨੇ ਨਾ, ਉਹਨੂੰ ਮੰਦੇ ਖਿਆਲ ਨਹੀਂ ਆਉਂਦੇ ਨੇ। ਮੈਨੂੰ ਅਮਰੀਕਾ ਕਿਸੇ ਨੇ ਕਿਹਾ ਮੇਰੇ ਪਤੀ ਨੂੰ ਸਮਝਾਓ, ਮੇਰਾ ਪਤੀ ਰੇਸ ਕੋਰਸ ਜਾਂਦਾ ਹੈ। ਮੈਂ ਕਿਹਾ ਰੇਸ ਕੋਰਸ ਜਾ ਕੇ ਕੀ ਕਰਦੇ ਨੇ? ਮੈਨੂੰ ਪਤਾ ਨਹੀਂ ਸੀ। ਕਹਿੰਦੀ ਰੇਸ ਕੋਰਸ ਜਾ ਕੇ ਘੋੜਿਆਂ ਦੀ ਰੇਸ ਖੇਡਦੇ ਨੇ। ਮੈਂ ਕਿਹਾ ਤਾਂ ਖੇਡਣ ਦਿਓ ਨਾ, ਕੀ ਹੋ ਗਿਆ? ਕਹਿੰਦੀ ਨਹੀਂ, ਘੋੜਿਆਂ ਦੀ ਰੇਸ ਤੇ ਖੇਡਦੇ ਨੇ, ਪਰ ਮੇਰੀ ਜੁਲਰੀ ਵੀ ਦਾਅ 'ਤੇ ਲਾ ਆਏ ਨੇ, ਹੁਣ ਮਕਾਨ ਨੂੰ ਦਾਅ 'ਤੇ ਲਾਉਣ ਲੱਗੇ ਨੇ। ਉਹਨਾਂ ਨੂੰ ਸੁਮਤ ਬਖਸ਼ਣਾ। ਮੈਂ ਕਿਹਾ ਉਹਨਾਂ ਨੂੰ ਅੰਦਰੋਂ ਜੇ ਰੱਬ ਵੱਲ ਨਹੀਂ ਹੈ ਉਹਨਾਂ ਦੇ, ਮੀਨਸ ਜੇ ਅੰਦਰੋਂ ਉਹ ਚੰਗੇ ਗੁਣਾਂ ਨਾਲ ਜੀਣਾ ਨਹੀਂ ਚਾਹੁੰਦੇ ਨੇ, ਤਾਂ ਰੱਬ ਉਹਨਾਂ ਦੇ ਵੱਲ ਹੋ ਨਹੀਂ ਸਕਦਾ ਹੈ। ਉਹਨਾਂ ਨੇ ਰੱਬ ਨੂੰ ਪਿੱਠ ਕੀਤੀ ਹੋਈ ਹੈ। ਰੱਬ ਜੀ ਮੈਨੂੰ ਸੁਮਤ ਬਖਸ਼ੋ, ਮੈਂ ਘੋੜਿਆਂ ਦੀ ਰੇਸ ਛੱਡ ਦਿਆਂ। ਇਹ ਆਪ ਮਿਹਨਤ ਕਰਨੀ ਪਏਗੀ, ਕਿਸੇ ਦੇ ਕਹਿਣ 'ਤੇ, ਕਿਸੇ ਦੇ ਮਨਾ ਕਰਨ 'ਤੇ ਨਹੀਂ ਛੁੱਟਦਾ। ਇਸ ਕਰਕੇ ਅਸੀਂ ਪੜ੍ਹਿਆ ਸੋਈ ਸੁਹਾਵਾ ਥਾਂ ਜਿੱਥੇ ਪ੍ਰਿਯ ਨਾਨਕ ਜੀ ਤੂੰ ਬੁੱਠਿਆ। ਜਿੱਥੇ ਰੱਬ ਜੀ ਆ ਕੇ ਵਸ ਜਾਂਦੇ ਨੇ ਉੱਥੇ ਮਨ ਰੱਬ ਜੀ ਨਾਲ ਏਕਮਿਕ ਹੋ ਜਾਂਦਾ ਹੈ। ਮਨ ਆਪੇ ਗੁਰਚੇਲਾ ਬਣ ਜਾਂਦਾ ਹੈ। ਮਨ ਇਸ ਸਰੀਰ ਨੂੰ ਸੱਚ ਦੀ ਮੱਤ ਦੇ ਨਾਲ ਚਲਾਉਣ ਲੱਗਦਾ ਹੈ। ਸ੍ਰਿਸ਼ਟੀ ਨਵੀਂ ਸੱਜ ਜਾਂਦੀ ਹੈ।